ਪੰਜਾਬ ਟੁਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਹਾਂ ਇਸ਼ਰਤ ਸਿੰਘ ਤੇ ਇੱਕ ਨਵੀਂ ਸ਼ੁਰੂਆਤ ਹਮੇਸ਼ਾ ਇੱਕ ਉਮੀਦ ਲੈ ਕੇ ਆਉਂਦੀ ਹੈ। ਇਹ ਉਮੀਦ ਕਿ ਚੀਜ਼ਾਂ ਬਦਲਣਗੀਆਂ ਤੇ ਬਦਲਣਗੀਆਂ ਉਹ ਬਿਹਤਰ ਦੇ ਲਈ। ਇਸੇ ਉਮੀਦ ਨਾਲ ਅਸੀਂ ਵੀ ਲੈ ਕੇ ਆਏ ਹਾਂ ਇੱਕ ਬਿਲਕੁਲ ਨਵਾਂ ਨਵੇਲਾ ਸ਼ੋਅ ਜਿਹਦਾ ਨਾਮ ਹੈ ਮੁਲਾਜ਼ਮ ਲਹਿਰ। ਮੁਲਾਜ਼ਮਾਂ ਦੀ ਗੱਲ ਅੱਜ ਤੱਕ ਨਹੀਂ ਕੀਤੀ ਕਿਸੇ ਨੇ। ਚਾਹੇ ਹਰ ਪਾਸੇ ਸਾਡੇ ਉਹ ਮੁਲਾਜ਼ਮ ਹੀ ਨੇ ਜੋ ਸਾਰੇ ਸਾਡੇ ਕੰਮ ਕਰਦੇ ਨੇ, ਜਿਹਦੇ ਨਾਲ ਦੇਸ਼ ਸੁਚੱਜੇ ਢੰਗ ਨਾਲ ਚੱਲਦਾ ਰਹਿੰਦਾ ਹੈ। ਸੋ ਇਸੇ ਲਈ ਅਸੀਂ ਸੋਚਿਆ ਕਿ ਕਿਉਂ ਨਾ ਉਹਨਾਂ ਮੁਲਾਜ਼ਮਾਂ ਨਾਲ ਹੀ ਗੱਲ ਕਰੀਏ ਜਿਹੜੇ ਸਾਡੀ ਡੈਮੋਕ੍ਰੇਸੀ ਲਈ ਬਹੁਤ ਇੰਪੋਰਟੈਂਟ ਨੇ। ਮੁਲਾਜ਼ਮ ਲਹਿਰ ਦਾ ਪਹਿਲਾ ਐਪੀਸੋਡ ਅੱਜ ਮੈਂ ਲੈ ਕੇ ਤੁਹਾਡੇ ਸਾਹਮਣੇ ਸ਼ਾਮਿਲ ਹੋਇਆ ਹੈ ਤੇ ਅੱਜ ਪਹਿਲੇ ਐਪੀਸੋਡ ਵਿੱਚ ਮੈਨੂੰ ਲੱਗਿਆ ਉਹਨਾਂ ਮੁਲਾਜ਼ਮਾਂ ਦੀ ਗੱਲ ਕਰਨੀ ਚਾਹੀਦੀ ਹੈ ਜਿਹੜੇ ਬਾਕੀ ਦੇ ਮੁਲਾਜ਼ਮਾਂ ਨੂੰ ਬਣਾ ਕੇ ਤਿਆਰ ਕਰਦੇ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਅਧਿਆਪਕਾਂ ਦੀ। ਅਧਿਆਪਕ ਸਾਡੀ ਸੁਸਾਇਟੀ ਲਈ ਬਹੁਤ ਇੰਪੋਰਟੈਂਟ ਨੇ, ਇਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਲੇਕਿਨ ਦੱਸਣ ਦੀ ਇਹ ਜ਼ਰੂਰਤ ਹੈ ਕਿ ਉਹ ਮੁਲਾਜ਼ਮ ਨੇ ਜਿਨ੍ਹਾਂ ਨੂੰ ਆਪਣੇ ਹੱਕਾਂ ਲਈ ਇਸ ਕਦਰ ਤੱਕ ਲੜਨਾ ਪੈਂਦਾ ਹੈ ਕਿ ਹਾਇਰ ਐਜੂਕੇਸ਼ਨ ਸਾਡੀ ਬਹੁਤ ਹੀ ਬੁਰੇ ਹਾਲਾਤ ਵਿੱਚ ਹੈ। ਪੰਜਾਬ ਦੇ ਹਾਲਾਤ ਖਾਸ ਕਰਕੇ ਬਹੁਤ ਜ਼ਿਆਦਾ ਬੁਰੇ ਨੇ, ਤੁਸੀਂ ਸਭ ਜਾਣਦੇ ਹੋ। ਅਸੀਂ ਚਾਹੁੰਦੇ ਹੀ ਨਹੀਂ ਕਿ ਸਾਡੀ ਹਾਇਰ ਐਜੂਕੇਸ਼ਨ ਬੱਚੇ ਇੱਥੋਂ ਲੈਣ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਤੋਂ ਬਾਹਰੋਂ ਜਾਂ ਤਾਂ ਉਹ ਚਲੇ ਜਾਣ ਕਿਤੇ ਬੰਗਲੌਰ, ਮੁੰਬਈ, ਦਿੱਲੀ, ਜਾਂ ਫਿਰ ਪੰਜਾਬੀਆਂ ਨੂੰ ਤਾਂ ਇਹ ਹੈ ਕਿ ਬੱਚਾ ਇੱਥੋਂ ਨਿਕਲ ਜਾਵੇ, ਕੈਨੇਡਾ, USA, ਆਸਟ੍ਰੇਲੀਆ, UK ਇਹੋ ਜਿਹੇ ਦੇਸ਼ਾਂ ਵਿੱਚ ਜਾ ਕੇ ਹਾਇਰ ਐਜੂਕੇਸ਼ਨ ਲਵੇ। ਪਰ ਕੀ ਪੰਜਾਬ ਦੀ ਵੈਲਫੇਅਰ ਸਟੇਟ ਨੂੰ ਇਸ ਨੌਬਤ ਤੱਕ ਆਉਣਾ ਚਾਹੀਦਾ ਸੀਗਾ? ਕਿਉਂ ਅਸੀਂ ਇੱਥੇ ਤੱਕ ਪਹੁੰਚੇ ਹਾਂ? ਇਹਨੂੰ ਸੁਧਾਰਨ ਲਈ ਅੱਗੇ ਕੀ ਕੀਤਾ ਜਾ ਸਕਦਾ ਹੈ? ਕੀ ਸਾਡੇ ਹਾਕਮ, ਕੀ ਸਾਡੇ ਅਧਿਆਪਕ ਖੁਦ ਉਸ ਰਾਹ ਤੇ ਤੁਰਦੇ ਪਏ ਨੇ? ਪਤਾ ਨਹੀਂ। ਸੋ ਇਸੇ ਲਈ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਇਹ ਵੀ ਰਹੇਗੀ ਕਿ ਬਾਕੀਆਂ ਵਾਂਗ ਰੌਲਾ ਪਾ ਕੇ ਸਿਰਫ ਤੁਹਾਨੂੰ ਅਸੀਂ ਤਕਲੀਫਾਂ ਨਾ ਦਸੀਏ, ਬਲਕਿ ਉਹਨਾਂ ਦੇ ਹੱਲ, ਜੋ ਹੱਲ ਇੰਪਲੀਮੈਂਟ ਹੋ ਸਕਦੇ ਨੇ, ਜਿਨ੍ਹਾਂ ਨਾਲ ਅਸੀਂ ਸੱਚੀ ਉਸ ਵੈਲਫੇਅਰ ਸਟੇਟ ਵੱਲ ਜਾ ਸਕਦੇ ਹਾਂ ਜਿਹਦੇ ਲਈ ਪੰਜਾਬ ਜਾਣਿਆ ਜਾਂਦਾ ਰਿਹਾ ਹੈ। ਸੋ ਆਓ ਤੁਹਾਨੂੰ ਅੱਜ ਦੇ ਮੈਂ ਗੈਸਟ ਬਾਰੇ ਦੱਸਦਾ। ਸਾਡੇ ਸਭ ਤੋਂ ਪਹਿਲੇ ਗੈਸਟ ਨੇ ਡਾਕਟਰ ਜਗਵੰਤ ਸਿੰਘ। ਡਾਕਟਰ ਜਗਵੰਤ ਸਿੰਘ ਰਿਟਾਇਰਡ ਐਸੋਸੀਏਟ ਪ੍ਰੋਫੈਸਰ ਨੇ ਕਾਮਰਸ ਦੇ ਤੇ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਸ ਯੂਨੀਅਨ ਤੇ ਹੁਣ ਇਸ ਵੇਲੇ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਸ ਆਰਗੇਨਾਈਜੇਸ਼ਨ 2009 ਤੋਂ ਉਹਦੇ ਜਨਰਲ ਸੈਕਟਰੀ ਨੇ। ਪੰਜਾਬ ਯੂਨੀਵਰਸਿਟੀ ਦੇ ਦੂਸਰੀ ਵਾਰ ਇਹ ਸੈਨੇਟ ਮੈਂਬਰ ਨੇ। ਤੇ ਮੇਰੇ ਦੂਸਰੇ ਗੈਸਟ ਡਾਕਟਰ ਮਧੂ ਸ਼ਰਮਾ। ਡਾਕਟਰ ਮਧੂ ਸ਼ਰਮਾ ਇਸ ਵੇਲੇ ਅੰਗਰੇਜ਼ੀ ਦੇ ਐਸੋਸੀਏਟ ਪ੍ਰੋਫੈਸਰ ਨੇ ਚੰਡੀਗੜ੍ਹ ਦੇ ਬਹੁਤ ਹੀ ਅੱਛੇ ਕਾਲਜ ਵਿੱਚ, ਤੇ ਨਾਲ ਦੀ ਨਾਲ ਚੰਡੀਗੜ੍ਹ ਸਟੇਟ ਦੇ ਪ੍ਰੈਜ਼ੀਡੈਂਟ ਵੀ ਨੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਸ ਯੂਨੀਅਨ ਦੇ। ਸੋ ਚੰਡੀਗੜ੍ਹ ਤੇ ਪੰਜਾਬ, ਕਿਉਂਕਿ ਚੰਡੀਗੜ੍ਹ ਵੀ ਉਹੀ ਪਾਲਿਸੀਜ਼ ਫੋਲੋ ਕਰਦਾ, ਉਹਦੇ ਤੇ ਵੀ ਉਹੀ ਲਾਗੂ ਹੁੰਦੀਆਂ ਨੇ ਪੰਜਾਬ ਦੀਆਂ ਕੰਡੀਸ਼ਨਸ। ਇਸੇ ਕਰਕੇ ਮੈਨੂੰ ਲੱਗਿਆ ਕਿ ਇਹਨਾਂ ਦੋਵੇਂ ਗੈਸਟ ਨਾਲ ਅਸੀਂ ਟੋਟੈਲਿਟੀ ਵਿੱਚ ਪੂਰੇ ਆਪਣੇ ਹਾਇਰ ਐਜੂਕੇਸ਼ਨ ਦੀ ਕੀ ਦਿੱਕਤਾਂ ਨੇ, ਕੀ ਤਕਲੀਫਾਂ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਦੂਰ ਕਰ ਸਕਦੇ ਹਾਂ, ਉਹਦੇ ਲਈ ਸਾਡੇ ਨਾਲ ਅੱਜ ਜੁੜੇ ਨੇ। ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ। ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹ ਜਿੰਨੇ ਅਸੀਂ ਮੁੱਦੇ ਇੰਨੇ ਸਾਰੇ ਹੁਣ ਤੱਕ ਮੈਂਸ਼ਨ ਕੀਤੇ ਨੇ, ਇਹਨਾਂ ਦਾ ਕੀ ਹੱਲ ਹੋ ਸਕਦਾ ਹੈ ਤੇ ਇਹਨਾਂ ਬਾਰੇ ਅਸੀਂ ਕੀ ਅੱਗੇ ਜਾ ਕੇ ਇਹਦੇ ਕੀ ਅਸੀਂ ਲੌਂਗ ਟਰਮ ਸੋਲਿਊਸ਼ਨ ਦੇਖਦੇ ਹਾਂ। ਇੱਕ ਵਾਰੀ ਫਿਰ ਜੀ ਆਇਆਂ ਨੂੰ ਮੈਮ ਤੇ ਸਰ। ਮੈਮ ਪਹਿਲਾਂ ਮੈਨੂੰ ਦੱਸੋ, ਕਿਉਂਕਿ ਤੁਸੀਂ ਚੰਡੀਗੜ੍ਹ ਵਿੰਗ ਨਾਲ ਜੁੜੇ ਹੋਏ ਹੋ ਤੇ ਹਰ ਬੱਚੇ ਦੀ ਜਾਂ ਪੰਜਾਬ ਦੇ ਜਿੰਨੇ ਪਿੰਡ ਨੇ ਉਹਦੇ ਜਿਹੜੇ ਪੇਰੈਂਟਸ ਹੁੰਦੇ ਉਹ ਚਾਹੁੰਦੇ ਚੰਡੀਗੜ੍ਹ ਦੇ, ਚਾਹੇ ਪੰਜਾਬ ਯੂਨੀਵਰਸਿਟੀ, ਚਾਹੇ ਜਿੰਨੇ ਫੇਮਸ ਕਾਲਜਸ ਨੇ ਉਹਨਾਂ 'ਚ ਉਹਨਾਂ ਦਾ ਬੱਚਾ ਪੜ੍ਹੇ। ਲੇਕਿਨ ਜਦੋਂ ਅਸੀਂ ਇੰਨੇ ਇਸ਼ੂਜ਼ ਦੇਖਦੇ ਹਾਂ ਜਿਹੜੇ ਸ਼ਾਇਦ ਉਸ ਵੇਲੇ ਉਹਨੂੰ ਨਹੀਂ ਪਤਾ, ਬੱਚਾ ਆ ਕੇ ਐਡਮਿਸ਼ਨ ਲੈਣ ਤੋਂ ਬਾਅਦ ਜਿਹੜੀ ਇੱਕ ਮੂੰਹ ਤੇ ਗੱਲ ਹਮੇਸ਼ਾ ਹੁੰਦੀ ਹੈ ਵੀ ਸਾਡੇ ਤਾਂ ਉੱਥੇ ਕੁਝ ਕਰਾਉਂਦਾ ਹੀ ਨਹੀਂ ਜੀ, ਸਾਨੂੰ ਤਾਂ ਕੁਝ ਪੜ੍ਹਾਇਆ ਹੀ ਨਹੀਂ। ਇਹ ਜਿਹੜੇ ਕਦੀ ਸਾਨੂੰ ਲੱਗਦਾ ਬਹਾਨੇ ਨੇ, ਪਰ ਇਹਨਾਂ 'ਚ ਕੁਝ ਸੱਚਾਈ ਵੀ ਹੈ ਕਿਉਂਕਿ ਮਲਟੀਪਲ ਇਸ਼ੂਜ਼ ਅਸੀਂ ਦੇਖ ਰਹੇ ਹਾਂ। ਤੇ ਤੁਹਾਡੇ ਹਿਸਾਬ ਨਾਲ ਸਾਡੇ ਹਾਇਰ ਐਜੂਕੇਸ਼ਨ ਨੂੰ ਪਲੇਗ ਕਰਨ ਵਾਲਾ ਸਭ ਤੋਂ ਵੱਡਾ ਇਸ਼ੂ ਕੀ ਹੈ? ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਚੰਡੀਗੜ੍ਹ ਹਾਇਰ ਐਜੂਕੇਸ਼ਨ ਲਈ ਬਹੁਤ ਇੱਕ ਪਪੂਲਰ ਡੈਸਟੀਨੇਸ਼ਨ ਹੈ ਇਸ ਰੀਜਨ ਦਾ। ਪੰਜਾਬ, ਹਰਿਆਣਾ, ਹਿਮਾਚਲ ਸਾਰੀ ਨੇਬਰਿੰਗ ਸਟੇਟਸ ਤੋਂ ਬੱਚੇ ਬਹੁਤ ਇਹਨੂੰ ਪ੍ਰੈਫਰ ਕਰਦੇ ਹੈ ਔਰ ਸਾਡੇ ਲੋਕਲ ਬਹੁਤ ਅੱਛੇ ਕਾਲਜਸ ਔਰ ਇਨਫਰਾਸਟਰਕਚਰ ਅਵੇਲੇਬਲ ਹੈ, ਯੂਨੀਵਰਸਿਟੀ ਹੈ, ਸਾਰਾ ਕੁਛ ਹੈ। ਮਗਰ ਕੁਆਲਿਟੀ ਮੇਨਟੇਨ ਕਰਨ ਲਈ ਹਾਇਰ ਐਜੂਕੇਸ਼ਨ 'ਚ ਬਹੁਤ ਸਾਰੀਆਂ ਚੀਜ਼ਾਂ ਨੂੰ ਨਜ਼ਰ 'ਚ ਰੱਖਣਾ ਜ਼ਰੂਰੀ ਹੁੰਦਾ ਹੈ। ਗਵਰਨਮੈਂਟ ਦੇ ਹਿਸਾਬ ਨਾਲ ਜਿੱਥੇ ਸਰਕਾਰੀ ਕਾਲਜ ਹੈ ਉੱਥੇ ਟੀਚਰਾਂ ਦੀ ਠੀਕ ਟਾਈਮ 'ਤੇ ਭਰਤੀ, ਬੱਚਿਆਂ ਦੀਆਂ ਐਡਮਿਸ਼ਨਾਂ ਹੋ ਜਾਂਦੀਆਂ ਤੇ ਟੀਚਰਾਂ ਦੀ ਭਰਤੀ ਬਹੁਤ ਸਾਲਾਂ ਤੋਂ ਪੱਕੇ ਟੀਚਰ ਨਹੀਂ ਰੱਖੇ ਜਾ ਰਹੇ।
ਇਹ ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹ ਕੁਆਲਿਟੀ ਆਫ ਸਟੈਂਡਰਡਸ ਮੇਨਟੇਨ ਕਰਨ 'ਚ ਸਾਨੂੰ ਪ੍ਰੋਬਲਮ ਦਿੰਦੀਆਂ। ਸੋ ਇਹ ਦਿੱਕਤਾਂ ਆਉਂਦੀਆਂ। ਇਹ ਦਿੱਕਤਾਂ ਕਿਉਂ ਆ ਰਹੀਆਂ? ਕਿਉਂਕਿ ਕੁਝ ਐਸੀਆਂ ਰੂਲਸ ਹੈ ਜਿਹੜੇ ਪੰਜਾਬ ਗਵਰਨਮੈਂਟ ਨੂੰ ਅਸੀਂ ਫੋਲੋ ਕਰਦੇ ਹਾਂ ਚੰਡੀਗੜ੍ਹ ਵਿੱਚ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਐਜ਼ ਸੱਚ ਆਪਣੀ ਜਿਹੜੀਆਂ ਨੋਟੀਫਿਕੇਸ਼ਨ ਪੰਜਾਬ ਦੀਆਂ ਅਡਾਪਟ ਕਰਕੇ ਹੀ ਲਾਗੂ ਕਰਦੇ ਆ। ਉਹੀ ਉਹ ਕੰਮ ਕਰਦੇ ਆ ਹਾਇਰ ਐਜੂਕੇਸ਼ਨ 'ਚ। ਹਾਲਾਂਕਿ ਹਾਇਰ ਐਜੂਕੇਸ਼ਨ 'ਚ ਉਸ ਤੋਂ ਅਲੱਗ ਸਾਡੀਆਂ ਰਿਕੁਆਇਰਮੈਂਟਸ ਹੈ, ਜਿਹੜੀਆਂ ਰੈਗੂਲੇਸ਼ਨਸ ਅਸੀਂ ਫੋਲੋ ਕਰਨੀਆਂ ਹੁੰਦੀਆਂ UGC ਦੀਆਂ, ਜਿਹੜੀ ਸੈਂਟਰਲ ਬਾਡੀ ਹੈ, ਜਿਹੜੀ ਸਾਰੇ ਹੀ ਕੰਟਰੀ 'ਚ ਜਿਹੜੀਆਂ ਰੈਗੂਲੇਸ਼ਨਸ ਉਹਨਾਂ ਦੀਆਂ ਹੀ ਲਾਗੂ ਹੋਣੀਆਂ ਹੁੰਦੀਆਂ। ਬਿਲਕੁਲ। ਮਗਰ ਉਹਨੂੰ ਡਾਇਰੈਕਟ ਲਾਗੂ ਨਾ ਕਰਕੇ ਪੰਜਾਬ ਦੀ ਨੋਟੀਫਿਕੇਸ਼ਨ ਦੀ ਵੇਟ ਕੀਤੀ ਜਾਂਦੀ ਹੈ। ਤੇ ਪੰਜਾਬ 'ਚ ਜਿਹੜੇ ਵੀ ਕਾਨੂੰਨ ਬਦਲੇ ਜਾਂਦੇ ਆ ਹਾਇਰ ਐਜੂਕੇਸ਼ਨ ਨੂੰ ਲੈ ਕੇ, ਉਹਦੇ ਅੜਿੱਕੇ ਚੰਡੀਗੜ੍ਹ ਦੇ ਫੈਸਲੇ ਆ ਜਾਂਦੇ। ਉਸ ਕਰਕੇ ਸਾਨੂੰ ਇੱਥੇ ਜਿਹੜੇ ਨੇ ਸਟੈਂਡਰਡ ਆਫ ਹਾਇਰ ਐਜੂਕੇਸ਼ਨ ਮੇਨਟੇਨ ਕਰਨ ਨੂੰ ਜੋ ਠੀਕ ਤਰ੍ਹਾਂ ਦੇ ਸਾਨੂੰ ਰੂਲਸ ਜਾਂ ਠੀਕ ਤਰ੍ਹਾਂ ਦੇ ਸਟਾਫ ਨੂੰ ਭਰਤੀ ਕਰਨ ਦੀ ਜ਼ਰੂਰਤ ਪੈਂਦੀ ਹੈ, ਉਹ ਨਹੀਂ ਹੋ ਪਾਉਂਦੇ। ਤੇ ਜੇ ਹੁਣ ਪੰਜਾਬ ਸਰਕਾਰ ਇਹੋ ਜਿਹੇ ਫੈਸਲੇ ਲੈ ਲੈਂਦੀ ਹੈ ਕਿ ਜਿਹੜਾ ਤੁਸੀਂ ਨਵਾਂ ਟੀਚਰ ਕਾਲਜਾਂ 'ਚ ਭਰਤੀ ਕਰੋਗੇ, ਕਾਲਜ ਯੂਨੀਵਰਸਿਟੀਆਂ 'ਚ, ਤੇ ਉਹਨਾਂ ਨੂੰ 3 ਸਾਲ ਦੀ ਪ੍ਰੋਬੇਸ਼ਨ ਹੋਏਗੀ, ਨੇਬਰਿੰਗ ਏਰੀਆਜ਼ 'ਚ ਜੇ ਉਹਨਾਂ ਨੂੰ ਬੈਟਰ ਇੰਪਲੋਇਮੈਂਟ ਓਪਰਚੁਨਿਟੀਜ਼ ਮਿਲਣਗੀਆਂ, ਉਹ ਕਿਉਂ ਆਣਗੇ ਇੱਥੇ? ਬਿਲਕੁਲ ਸਹੀ ਗੱਲ ਹੈ। ਬਹੁਤ ਹੀ ਇੰਪੋਰਟੈਂਟ ਤੁਸੀਂ ਇਹ ਪੁਆਇੰਟ ਮੈਂਸ਼ਨ ਕੀਤਾ ਹੈ ਕਿ ਪੰਜਾਬ 'ਚ ਪਹਿਲੇ 3 ਸਾਲ ਤੁਸੀਂ ਸਿਰਫ ਬੇਸਿਕ ਪੇ ਦੇ ਰਹੇ ਹੋ, ਜਿਹੜਾ ਤੁਸੀਂ ਸ਼ਾਇਦ ਭਰਤੀ PhD ਵਾਲਾ ਕੈਂਡੀਡੇਟ ਕਰ ਰਹੇ ਹੋ। ਜ਼ਿਆਦਾਤਰ ਆਪਾਂ ਦੇਖਦੇ ਇੰਨਾ ਕੰਪੀਟੀਸ਼ਨ ਹੈ ਕਿ PhD ਵਾਲਾ ਹੀ ਕੈਂਡੀਡੇਟ ਭਰਤੀ ਹੁੰਦਾ ਹੈ, ਭਾਵੇਂ ਕਹਿਣ ਨੂੰ ਇਹ ਐਲੀਜੀਬਿਲਿਟੀ ਹੈ ਕਿ ਬਸ ਨੈਟ ਦੀ ਕਲੀਅਰ ਕਰਨਾ ਚਾਹੀਦਾ ਹੈ। ਲੇਕਿਨ ਜਗਵੰਤ ਸਰ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਆਪਾਂ ਬਹੁਤ ਸਾਲਾਂ ਤੋਂ ਦੇਖ ਰਹੇ ਹਾਂ ਕਿ ਸਟੂਡੈਂਟ ਟੀਚਰ ਰੇਸ਼ੋ ਵੱਧਦੀ ਪਈ ਹੈ, ਸਪੈਸ਼ਲੀ ਚੰਡੀਗੜ੍ਹ ਤੇ ਆਸ-ਪਾਸ। ਤੇ ਪੰਜਾਬ ਵਿੱਚ ਜਦੋਂ ਅਸੀਂ ਦੇਖੀਏ ਵੇਕੈਂਸੀਜ਼ ਖਾਲੀ ਪਈਆਂ ਨੇ, ਸਾਰੀਆਂ ਸਾਮੀਆਂ ਖਾਲੀ ਪਈਆਂ ਨੇ, ਪੋਸਟਾਂ ਵਧਾਉਣੀਆਂ ਤਾਂ ਕੀ ਨੇ, ਉਹੀ ਜਦੋਂ ਖਾਲੀ ਜਾ ਰਹੀਆਂ ਹੈ, ਉਹਦੇ ਨਾਲ ਇਨਰੋਲਮੈਂਟ ਵੀ ਘਟ ਰਹੀ ਹੈ। ਇਹ ਸਾਰੇ ਕੁਝ ਦਾ ਰਲਾ ਮਿਲਾ ਕੇ ਪੰਜਾਬ ਦਾ ਜਿਹੜਾ ਆਪਾਂ ਹਮੇਸ਼ਾ ਕਹਿੰਦੇ ਰਹਿੰਦੇ ਐਜੂਕੇਸ਼ਨ ਸਿਸਟਮ ਮਾੜਾ ਹੈ, ਬੱਚੇ ਬਾਹਰ ਜਾ ਰਹੇ ਨੇ ਪੜ੍ਹਨ, ਕੈਨੇਡਾ ਜਾਈ ਜਾ ਰਹੇ ਨੇ, ਤੇ ਇਹ ਜਿਹੜੇ ਆਪਾਂ ਫੈਕਟਰਸ ਨੂੰ ਡਿਸਕਸ ਕਰ ਰਹੇ ਹਾਂ, ਇਹਨਾਂ ਦਾ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਯੋਗਦਾਨ ਇਸ ਸਭ 'ਚ? ਦੇਖੋ, ਪੰਜਾਬ ਸਰਕਾਰ ਦੀਆਂ ਜੋ ਪਾਲਿਸੀਜ਼ ਹਾਇਰ ਐਜੂਕੇਸ਼ਨ ਦੇ ਪ੍ਰਤੀ ਪਿਛਲੇ 15-20 ਸਾਲ ਤੋਂ ਰਹੀਆਂ, ਖਾਸ ਕਰਕੇ ਵੈਸੇ ਉਹਦੀ ਸ਼ੁਰੂਆਤ 1995 ਦੇ ਕਰੀਬ ਸ਼ੁਰੂ ਹੋ ਗਈ ਸੀ। ਵਿੱਚ ਆ ਕੇ ਥੋੜ੍ਹੀ ਜਿਹੀ ਕਿਸੇ ਮੌਕੇ ਕਰੈਕਸ਼ਨ ਹੋਣ ਦੀ ਕੋਸ਼ਿਸ਼ ਹੋਈ। ਰਵੀ ਸਿੱਧੂ ਦਾ ਕਾਂਡ ਹੋ ਗਿਆ, ਗਵਰਨਮੈਂਟ ਕਾਲਜਾਂ 'ਚ ਪੋਸਟਾਂ ਨਹੀਂ ਭਰੀਆਂ, ਉੱਦਾਂ ਦੇ ਮੁੱਦੇ ਵੀ ਆਏ। ਜਦੋਂ ਅਸੀਂ ਨੈਸ਼ਨਲ ਲੈਵਲ 'ਤੇ ਕਨਕਰੈਂਟ ਲਿਸਟ ਦਾ ਸਬਜੈਕਟ ਹੋਣ ਦੇ ਕਰਕੇ UGC ਨੂੰ ਗਵਰਨਮੈਂਟ ਆਫ ਇੰਡੀਆ ਨੇ ਕਨਸਟੀਟਿਊਸ਼ਨ ਨੇ ਇਖਤਿਆਰ ਦਿੱਤੇ ਵੀ ਹਿੰਦੁਸਤਾਨ 'ਚ ਤੁਸੀਂ ਸਿੱਖਿਆ ਦੇ ਮਿਆਰ ਕਿੱਦਾਂ ਕਾਇਮ ਰੱਖਣੇ, ਉਹਦਾ ਰੈਗੂਲੇਸ਼ਨ ਤੁਸੀਂ ਡਿਸਾਈਡ ਕਰੋ। ਉਹ ਡਿਸਾਈਡ ਜਿਹੜੇ ਕਰਦੇ ਆ, ਉਹ ਹਮੇਸ਼ਾ ਇਹ ਕਹਿ ਕੇ ਚੱਲਦੇ ਕਿ ਮਿਨੀਮਮ ਹੈ, ਤੁਸੀਂ ਇਸ ਤੋਂ ਇੰਪਰੂਵ ਕਰਕੇ ਕਰਨਾ ਤਾਂ ਕਰ ਲਓ। ਜਦੋਂ ਪੂਰੇ ਤਾਂ ਪੂਰਾ ਹਾਇਰ ਐਜੂਕੇਸ਼ਨ ਦਾ ਖਿੱਤਾ ਪੰਜਾਬ ਦੇ ਵਿੱਚ ਉਹ ਮਿਨੀਮਮ ਸਟੈਂਡਰਡ ਵੀ ਮੀਟ ਨਹੀਂ ਕਰ ਰਿਹਾ, ਤਾਂ ਅਸੀਂ ਉਮੀਦ ਕਰੀਏ ਵੀ ਕੁਆਲਿਟੀ ਐਜੂਕੇਸ਼ਨ ਹੋਏਗੀ, ਬੱਚਿਆਂ ਨੂੰ ਅਟਰੈਕਟ ਕਰ ਸਕੇਗੀ, ਬੱਚਿਆਂ ਨੂੰ ਲੱਗੇਗਾ ਕਿ ਇੱਥੇ ਪੜ੍ਹ ਕੇ ਸਾਡਾ ਕੈਰੀਅਰ ਬਣੇਗਾ, ਤਾਂ ਉਹਦੇ ਵਿੱਚ ਉਹਦੀ ਉਮੀਦ ਬਹੁਤ ਘੱਟ ਬਣਦੀ ਹੈ। ਔਰ ਉਹਦੇ ਕਈ ਵਾਰ ਸਿਗਨਲ ਸਿਸਟਮ ਬੜੇ ਕਲੀਅਰਲੀ ਦਿੰਦਾ। ਹੁਣ ਇਹ ਉਸ ਤਰੀਕੇ ਦਾ ਹੁੰਦਾ ਕਿ ਸਿੰਪਟਮ ਬਿਲਕੁਲ ਕਲੀਅਰ ਹੋਵੇ ਅਤੇ ਡਾਕਟਰ ਪਛਾਣਨਾ ਨਾ ਜਾਵੇ, ਤਾਂ ਤੁਸੀਂ ਉਹਦਾ ਕੁਝ ਨਹੀਂ ਕਰ ਸਕਦੇ। ਉਹਦੇ ਤੁਸੀਂ ਚੰਡੀਗੜ੍ਹ ਦੀ ਰਿਕਰੂਟਮੈਂਟ ਦੇਖੋ ਕਿ ਜੋ ਪੰਜਾਬ ਦੇ ਵਿੱਚੋਂ UT ਦੇ ਵਿੱਚ ਰਿਕਰੂਟਮੈਂਟ ਜਿਸ ਤਰ੍ਹਾਂ ਹੁੰਦਾ ਸੀ, ਉਹ UT ਦੇ ਵਿੱਚ ਘਟ ਗਿਆ। ਜੋ ਫੌਜ ਵਿੱਚ ਆਫਿਸਰ ਜਾਂਦੇ ਸੀ, ਉਸ ਵਿੱਚ ਘਟ ਗਿਆ। ਜਿਹੜੀ ਪੰਜਾਬ ਦੇ ਵਿੱਚ ਨੌਕਰੀਆਂ, ਉਹਦੇ ਵਿੱਚ ਬਾਹਰਲਿਆਂ ਦਾ ਹਿੱਸਾ ਵੱਧ ਗਿਆ। ਇਹ ਆਪਣੇ ਆਪ 'ਚ ਇੱਕ ਐਡਾ ਵੱਡਾ ਸਬੂਤ ਹੈ ਕਿ ਪੰਜਾਬ ਦੇ ਹਾਇਰ ਐਜੂਕੇਸ਼ਨ ਸਿਸਟਮ ਨੂੰ ਅਸੀਂ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਜੇ ਅਸੀਂ ਹੁਣ ਮਿਨੀਮਮ ਸਟੈਂਡਰਡਸ ਤੋਂ ਦੂਰ ਹੋਈ ਜਾਵਾਂਗੇ, ਅਤੇ ਫਿਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰਾਂ ਪੰਜਾਬ ਦੀ ਆਉਣ ਵਾਲੀ ਨਸਲਾਂ ਨਾਲ ਧੋਖਾ ਕਰ ਰਹੀਆਂ। ਭਾਸ਼ਣ ਜੋ ਮਰਜ਼ੀ ਦੇਣ, ਵੋਟਾਂ ਮੰਗਣਗੇ ਜੋ ਮਰਜ਼ੀ ਕਰਨ, ਮੈਨੀਫੈਸਟੋ ਜੋ ਮਰਜ਼ੀ ਕਹਿਣ, ਪਰ ਮੈਂ ਇਸ ਗੱਲ ਨੂੰ ਦਾਅਵੇ ਨਾਲ ਕਹਿ ਸਕਦਾ ਕਿ ਪਿਛਲੇ 25 ਸਾਲਾਂ ਦੇ ਵਿੱਚ ਮੈਨੂੰ ਕੋਈ ਇਹੋ ਜਿਹੀ ਸਰਕਾਰ ਨਜ਼ਰ ਨਹੀਂ ਆਈ ਜੋ ਰੀਅਲ ਸੈਂਸ ਵਿੱਚ ਹਾਇਰ ਐਜੂਕੇਸ਼ਨ ਦੇ ਲਈ ਕੋਈ ਵੀ ਦਰਦ ਮਹਿਸੂਸ ਕਰਦੀ ਹੋਵੇ। ਬਿਲਕੁਲ ਸਹੀ ਗੱਲ ਹੈ। ਤੇ ਉਸ ਤੋਂ ਬਾਅਦ ਸਾਨੂੰ ਕਿਹਾ ਜਾਂਦਾ ਹੈ ਕਿ ਆਪਾਂ ਯੂਨੀਵਰਸਿਟੀ ਦੀਆਂ ਜਿੰਨੀਆਂ ਰੈਂਕਿੰਗਸ ਨੇ ਉਹ ਸੁਧਾਰਨੀਆਂ ਨੇ। ਸਾਡੇ ਜਿੰਨੇ ਕਾਲਜਸ ਨੇ, ਯੂਨੀਵਰਸਿਟੀਜ਼ ਨੇ, ਚਾਹੇ ਉਹ NIRF ਹੋਵੇ, NAC ਹੋਵੇ, ਚਾਹੇ ਟਾਈਮਜ਼ ਹਾਇਰ ਐਜੂਕੇਸ਼ਨ ਦੀ ਰੈਂਕਿੰਗ ਹੋਵੇ, ਤੇ ਉਹਦੇ 'ਚ ਇੱਕ ਬਹੁਤ ਇੰਪੋਰਟੈਂਟ ਜਿਹੜਾ ਪੈਰਾਮੀਟਰ ਹੁੰਦਾ ਹੈ ਉਹ ਰਿਸਰਚ ਦਾ ਹੁੰਦਾ ਹੈ। ਤੇ ਜਿਵੇਂ ਅਸੀਂ ਇਸ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ, ਜਦੋਂ ਤੋਂ ਸਾਡੀ UGC ਨਾਲ ਡੀਲਿੰਗ ਕੀਤਾ ਗਿਆ ਹੈ, ਉੱਤੇ ਰਿਸਰਚ, ਕਿਉਂਕਿ ਗ੍ਰਾਂਟਸ ਨਹੀਂ ਆ ਰਹੀਆਂ, ਉਹਦਾ ਕਿੰਨਾ ਇੰਪੈਕਟ ਪੈ ਰਿਹਾ। ਉਸ ਤੋਂ ਬਾਅਦ ਨਾ ਸਿਰਫ ਅਸੀਂ ਆਪਣੀਆਂ ਰੈਂਕਿੰਗ ਗਿਰਾ ਰਹੇ ਹਾਂ, ਲੇਕਿਨ ਕੁਆਲਿਟੀ ਐਜੂਕੇਸ਼ਨ ਜਿਹੜੀ ਆਪਾਂ ਹਮੇਸ਼ਾ ਰਿਸਰਚ ਨਾਲ ਡਿਸਾਈਡ ਕਰਦੇ ਹਾਂ, ਉਹ ਵੀ ਬਹੁਤ ਗਿਰ ਰਹੀ ਹੈ ਕਿਤੇ ਨਾ ਕਿਤੇ। ਉਹਦੇ ਵਿੱਚ ਇੱਕ ਮੈਂ ਤੁਹਾਨੂੰ ਦੱਸਾਂ, ਰਿਸਰਚ ਵਾਲਾ ਐਂਗਲ ਜਿਹੜਾ ਪੰਜਾਬ ਨੇ ਪਿਛਲੀ ਜੁਲਾਈ ਵਿੱਚ ਫੈਸਲਾ ਕੀਤਾ, ਔਰ ਬੜਾ ਅਜੀਬੋ-ਗਰੀਬ ਫੈਸਲਾ ਕੀਤਾ। ਯਾਨੀ ਕਿ ਮੈਂ ਕਹਾਂਗਾ ਕਿ ਬਈ ਮੁਹੰਮਦ ਤੁਗਲਕੀ ਫੈਸਲਾ ਕੀਤਾ। ਇਹ ਵਰਡ ਮੈਨੂੰ ਇਸਤੇਮਾਲ ਕਰਨਾ ਨਹੀਂ ਚਾਹੀਦਾ, ਮੌਜੂਦਾ ਚੀਫ ਮਿਨਿਸਟਰ ਨੇ, ਪਹਿਲੇ ਚੀਫ ਮਿਨਿਸਟਰ ਨੇ, ਪਰ ਅਸਲ ਵਿੱਚ ਫੈਸਲਾ ਮੁਹੰਮਦ ਤੁਗਲਕੀ ਹੈ। ਇਸ ਕਰਕੇ ਮੈਂ ਉਹਨੂੰ ਮੁਹੰਮਦ ਤੁਗਲਕੀ ਫੈਸਲਾ ਕਹੂੰਗਾ ਕਿ ਉਹਨਾਂ ਨੇ ਇੱਕ ਤਰਫਾ ਫੈਸਲਾ ਇਹ ਕੀਤਾ ਕਿ ਪੰਜਾਬ ਦੇ ਜਿਹੜੇ ਫਿਊਚਰ ਇੰਪਲਾਈਜ਼ ਆ, ਉਹਨਾਂ ਦੇ ਪੇ ਸਕੇਲ ਸੈਂਟਰ ਪੇ ਸਕੇਲ ਦੇ ਸਾਹਮਣੇ ਜੀ। ਅਤੇ ਹਾਇਰ ਐਜੂਕੇਸ਼ਨ ਲਈ ਕਹਿਤਾ ਕਿ ਜੀ ਸਾਡਾ ਤਾਂ ਪਹਿਲਾਂ ਹੀ ਸੈਂਟਰ ਪੇ ਸਕੇਲ ਆ UGC ਦਾ,
ਨਹੀਂ ਜੀ ਅਸੀਂ ਤੁਹਾਨੂੰ ਉਸ ਤੋਂ ਘੱਟ ਦੇਵਾਂਗੇ। ਤੇ ਮੈਨੂੰ ਮੁਹੰਮਦ ਤੁਗਲਕ ਕੀ ਫੈਸਲਾ ਲੱਗਿਆ ਵੀ ਇਹ ਤੁਸੀਂ ਕਿਸ ਤਰੀਕੇ ਫਿਰ ਵਿੱਚ ਕਿਤੇ ਸੁਣਨ 'ਚ ਆਉਂਦਾ ਕਿ ਯੂਜੀਸੀ ਪੇ ਸਕੇਲ ਤਾਂ ਸੈਂਟਰ ਪੇ ਸਕੇਲ ਹੀ ਨਹੀਂ ਹੈ, ਤੇ ਫਿਰ ਕੀ ਹੈ? ਤੁਸੀਂ ਸਾਨੂੰ ਸਾਬਤ ਕਰਕੇ ਦੱਸ ਦਿਓ। ਦੋ ਹੀ ਕਮਿਸ਼ਨ ਹੈ, ਜਾਂ ਸੈਂਟਰ ਪੇ ਕਮਿਸ਼ਨ ਜਾਂ ਪੰਜਾਬ ਪੇ ਕਮਿਸ਼ਨ। ਸੈਂਟਰ ਪੇ ਕਮਿਸ਼ਨ ਦੇ ਅੰਡਰ ਹੀ ਯੂਜੀਸੀ ਨੇ ਜੋ ਪੇ ਸਕੇਲ ਦੀ ਨੋਟੀਫਿਕੇਸ਼ਨ ਕੀਤੀ ਹੈ, ਉੱਥੇ ਤੁਸੀਂ ਘੱਟ ਕਰਨ ਨੂੰ ਕਹਿ ਰਹੇ ਆ। ਫੈਸਲਾ ਤੁਸੀਂ ਕੈਬਨਿਟ 'ਚ ਇਹ ਕਰਕੇ ਆਉਂਦੇ ਆ ਕਿ ਆਉਣ ਵਾਲੇ ਸਾਰੇ ਮੁਲਾਜ਼ਮ 7th ਪੇ ਸਕੇਲ ਦੇ, ਸਾਡਾ ਹੈ 7th ਪੇ ਸਕੇਲ, ਉਹ ਤੁਸੀਂ ਅੱਜ ਤੱਕ ਲਾਗੂ ਨਹੀਂ ਕੀਤਾ। ਉਹਦਾ ਕੌਨਸੀਕੁਐਂਸਿਸ ਇਹ ਹੋ ਰਹੇ ਆ ਕਿ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦੇ 3 ਸਿਰਫ ਸੂਬੇ ਨੇ ਜਿਹੜੇ ਫਸ ਕੇ ਰਹਿ ਗਏ ਨੇ, ਜਿੱਥੇ ਪੇ ਸਕੇਲ ਲਾਗੂ ਨਹੀਂ ਹੋਈ। ਅਸੀਂ ਸਰਕਾਰ ਨੂੰ ਆਪਣੇ ਵੱਲੋਂ ਕਨਵੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਉਹਦੇ ਵਿੱਚ ਇੰਟਰਸਟਿੰਗ ਚੀਜ਼ ਇਹ ਹੈ ਕਿ ਜੋ ਇਹਨਾਂ ਨੇ ਫੈਸਲਾ ਕੀਤਾ, ਇਹ ਯੂਜੀਸੀ ਦੀ ਰੈਗੂਲੇਸ਼ਨ ਨਾਲ ਇੰਨੀ ਕੁ ਕੰਟਰਡਿਕਸ਼ਨ 'ਚ ਹੈ ਕਿ ਯੂਜੀਸੀ ਕਿਸੇ ਮੌਕੇ ਵੀ ਇਹਨਾਂ ਦੀ ਕੋਈ ਵੀ ਗਰਾਂਟਾਂ ਬੰਦ ਕਰ ਸਕਦੀ ਹੈ। ਇੱਥੇ ਤੱਕ ਇਹਨਾਂ ਦੇ ਕਾਲਜ ਨੂੰ ਡਿਸੈਬਿਲਿਟ ਕਰ ਸਕਦੀ ਹੈ। ਤੇ ਪੰਜਾਬ ਦੀ ਕਿਸੇ ਯੂਨੀਵਰਸਿਟੀ, ਕਿਸੇ ਕਾਲਜ ਨੂੰ ਪੰਜਾਬ ਗਵਰਨਮੈਂਟ ਵੱਲੋਂ ਕੋਈ ਰਿਸਰਚ ਗਰਾਂਟ ਨਹੀਂ ਮਿਲਦੀ। ਜਿਹੜੀ ਹਜ਼ਾਰਾਂ ਨਹੀਂ ਤਾਂ ਸੈਂਕੜੇ ਕਰੋੜ ਦੀ ਫੰਡਿੰਗ ਸਾਰੀ ਯੂਨੀਵਰਸਿਟੀ 'ਚ ਆਉਂਦੀ ਹੈ, ਕਾਲਜਸ ਵਿੱਚ ਆਉਂਦੀ ਹੈ, ਉਹ ਸੈਂਟਰ ਗਵਰਨਮੈਂਟ ਤੋਂ ਆਉਂਦੀ ਹੈ। ਤੇ ਜਦੋਂ ਉਹ ਇਹ ਕਹਿ ਰਹੇ ਕਿ ਜੇ ਤੁਸੀਂ ਆਹ ਕੀਤਾ ਤੁਹਾਡੀ ਗਰਾਂਟਾਂ ਬੰਦ ਕਰ ਦੇਵਾਂਗੇ। ਯੂਜੀਸੀ ਐਕਟ ਵਿੱਚ ਬਿਲਕੁਲ ਸਪੈਸੀਫਿਕ ਪ੍ਰੋਵੀਜ਼ਨ ਨੇ ਕਿ ਇਹ ਤੁਹਾਨੂੰ ਫੋਲੋ ਕਰਨਾ ਪਏਗਾ। ਮੈਂ ਇੱਕ ਉਦਾਹਰਨ ਦੇ ਤੌਰ ਤੇ ਕਹਿੰਦਾ ਕਿ ਵੀ ਇਹ ਈਵਨ ਕਾਲਜ ਦੀ ਐਫੀਲੀਏਸ਼ਨ ਦੀ ਕੰਡੀਸ਼ਨ ਹੈ ਕਿ ਤੁਸੀਂ ਮਿਨੀਮਮ ਯੂਜੀਸੀ ਪੇ ਸਕੇਲ ਲਓ। ਯੂਜੀਸੀ ਰੈਗੂਲੇਸ਼ਨ ਇਹ ਕਹਿੰਦਾ ਕਿ ਤੁਸੀਂ ਸਾਡੇ ਪੇ ਸਕੇਲ ਨਾਲੋਂ ਹਾਇਰ ਪੇ ਸਕੇਲ ਤਾਂ ਦੇ ਸਕਦੇ, ਘੱਟ ਤੁਸੀਂ ਦੇ ਨਹੀਂ ਸਕਦੇ। ਇਹਨਾਂ ਨੇ ਘੱਟ ਦੇਣ ਦਾ ਫੈਸਲਾ ਕਰਤਾ। ਉਹਦੇ ਨਾਲ ਨੁਕਸਾਨ ਇਹ ਹੋ ਰਿਹਾ ਕਿ ਕਿਸੇ ਮੌਕੇ ਵੀ ਜਦੋਂ, ਔਰ ਜੇ ਪੰਜਾਬ ਸਰਕਾਰ ਨੇ ਆਪਣੇ ਫੈਸਲੇ ਠੀਕ ਨਾ ਕੀਤੇ ਤਾਂ ਹੋ ਸਕਦਾ ਕੋਈ ਹੋਰ ਬੰਦਾ, ਨਹੀਂ ਤਾਂ ਮੈਂ ਹੀ ਸ਼ਿਕਾਇਤ ਕਰਾਂਗਾ ਕਿ ਇਹਨਾਂ ਨੇ ਪੰਜਾਬ ਦੇ ਨੌਜਵਾਨੀ ਨਾਲ ਧੋਖਾ ਕਰ ਰਿਹਾ ਤੇ ਇਹਨਾਂ ਨੂੰ ਇਹਨਾਂ ਗਰਾਂਟਾਂ ਬੰਦ ਕੀਤੀਆਂ ਜਾਣ। ਫਿਰ ਉਸ ਮੌਕੇ ਦੌੜੇ ਬੱਚੇ ਫਿਰਨਗੇ, ਅਸੀਂ ਤਾਂ ਕੀ ਕਰਨਾ। ਉਸ ਤੋਂ ਪਹਿਲਾਂ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਡਾਕੂਮੈਂਟ ਪੜ੍ਹ ਲਓ, ਦੇਖ ਲਓ, ਕਰ ਲਓ, ਔਰ ਤੁਹਾਡਾ ਫੈਸਲਾ ਗਲਤ ਹੈ। ਉਸ ਵਿੱਚ ਜੋ ਅਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਸੀ ਕੀਤੀ ਹੈ। ਪ੍ਰਗਟ ਸਿੰਘ ਹੁਣੀ ਤੇ ਐਜੂਕੇਸ਼ਨ ਸੈਕਟਰੀ ਕਨਵਿੰਸ ਹੋ ਗਏ ਕਿ, ਕਿਉਂਕਿ ਮੈਂ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਲੈਟ ਦਾ ਬੈਟਰ ਲੌਜਿਕ ਪ੍ਰਵੇਲ। ਜੇ ਤੁਹਾਡੇ ਕੋਲ ਸਭ ਤੋਂ ਬੈਟਰ ਲੌਜਿਕ ਹੈ ਅਸੀਂ ਮੰਨ ਕੇ ਚੱਲ ਜਾਵਾਂਗੇ, ਜੇ ਸਾਡਾ ਲੌਜਿਕ ਬੈਟਰ ਹੈ ਫਿਰ ਤੁਹਾਨੂੰ ਕੋਈ ਹੈਜ਼ੀਟੇਸ਼ਨ ਹੋਣੀ ਚਾਹੀਦੀ। ਪਰਸੋਂ ਤਕਰੀਬਨ 2 ਹਫ਼ਤੇ ਹੋ ਗਏ ਸਾਨੂੰ ਅਜੇ ਸਰਕਾਰ ਦੇ ਵਿੱਚ ਕੋਈ ਉਹਦੀ ਹਿਲਜੁਲ ਨਜ਼ਰ ਆਈ ਨਹੀਂ। ਉੱਥੋਂ ਆ ਕੇ ਲੱਗਦਾ ਕਿ ਜਿਸ ਤਰ੍ਹਾਂ ਕਿ ਬਿਲਕੁਲ ਉਹ ਇਸ ਗੱਲ ਨੂੰ ਚਾਹੁੰਦੇ ਆ ਵੀ ਯੂਨੀਵਰਸਿਟੀ ਕਾਲਜ ਟੀਚਰ ਦੀ ਉੱਦਾਂ ਦੀਆਂ ਪ੍ਰੋਟੈਸਟ ਕਰਨ ਜਿੱਦਾਂ ਦੇ ਬਾਕੀ ਮੁਲਾਜ਼ਮੀ ਜਥੇਬੰਦੀ ਕਰਦੀਆਂ। ਔਰ ਯੂਨੀਵਰਸਿਟੀ ਕਾਲਜ ਟੀਚਰ ਦੇ ਪਾਰਟ 'ਤੇ ਹੈਜ਼ੀਟੇਸ਼ਨ ਹੈ ਕਿ ਜੋ ਸਾਡਾ ਸਟੇਟਸ ਹੈ ਅਸੀਂ ਇਸ ਤਰੀਕੇ ਦੇ ਐਗਜ਼ਾਮਪਲ ਸੈੱਟ ਨਾ ਕਰੀਏ। ਸਾਨੂੰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਨੈਗੋਸ਼ੀਏਟ ਕਰਕੇ ਗੱਲ ਖਤਮ ਕਰਨੀ ਚਾਹੀਦੀ ਹੈ। ਅਸੀਂ ਹਜੇ ਵੀ ਉਸ ਰਸਤੇ 'ਤੇ ਹਾਂ, ਪਰ ਮੈਨੂੰ ਲੱਗਦਾ ਕਿ ਸਰਕਾਰ ਸ਼ਾਇਦ ਮਜਬੂਰ ਕਰ ਦੇ ਕਿ ਸਾਨੂੰ ਐਜੀਟੇਸ਼ਨ ਮੁੜ ਜਾਣ। ਸਰ ਨੇ ਕੁਝ ਬਹੁਤ ਜ਼ਰੂਰੀ ਗੱਲਾਂ ਕੀਤੀਆਂ ਨੇ, ਲੇਕਿਨ ਮੈਂ ਰਿਸਰਚ ਤੇ ਇੱਕ ਛੋਟਾ ਜਿਹਾ ਹੋਰ ਗੱਲ ਦੁਬਾਰਾ ਕਰਨਾ ਚਾਹੁੰਦਾ। ਮੈਡਮ, ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ, ਜਿਹੜੇ ਡਾਇਰੈਕਟਲੀ ਅਕੈਡਮੀ ਨਾਲ ਨਹੀਂ ਜੁੜੇ ਹੋਏ ਪਰ ਉਹ ਖੁਦ ਪੜ੍ਹਨਗੇ, ਉਹਨਾਂ ਦੇ ਬੱਚੇ ਪੜ੍ਹਨਗੇ, ਉਹਨਾਂ ਨੂੰ ਜ਼ਰੂਰ ਸਮਝਾਇਓ ਕਿ ਇੱਕ ਯੂਨੀਵਰਸਿਟੀ ਲਈ ਰਿਸਰਚ ਅੱਛੀ ਹੋਣਾ ਜਾਂ ਇੱਕ ਗ੍ਰਾਂਟਸ ਦਾ ਕੀ ਮਤਲਬ ਹੈ ਉਹਨਾਂ ਦੀ ਐਜੂਕੇਸ਼ਨ ਸਿਸਟਮ ਲਈ। ਕਿਸੇ ਵੀ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ 'ਚ ਅਸੀਂ 2-3 ਚੀਜ਼ਾਂ ਦੇਖਦੇ ਹਾਂ। ਇੱਕ ਤੇ ਅਸੀਂ ਐਕੈਡੈਮਿਕਸ ਵੱਲ ਦੇਖਦੇ ਹਾਂ ਕਿ ਬੱਚਿਆਂ ਦੇ ਰਿਜ਼ਲਟਸ ਕੀ ਨਿਕਲਦੇ ਆ। ਦੂਜਾ, ਅਸੀਂ ਉਹਨਾਂ ਨੂੰ ਕਿੰਨੀਆਂ ਰਿਸਰਚ ਓਪਰਚੁਨਿਟੀਜ਼ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ। ਤੀਸਰਾ ਇਹ ਹੈ ਕਿ ਉਹਨਾਂ ਦੀ ਅਸੀਂ ਇੰਪਲੋਏਬਿਲਿਟੀ ਕਿੰਨੀ ਬਣਾਉਂਦੇ ਹਾਂ। ਸੋ ਇਹਨਾਂ 'ਚ ਰਿਸਰਚ ਜਿਹੜੀ ਹੈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਹੁਣ ਤੇ UGC ਆਪਣੀਆਂ ਨਵੀਆਂ ਪਾਲਿਸੀਜ਼ 'ਚ ਨਵੀਂ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਵੀ ਇੰਟਰੋਡਿਊਸ ਕਰ ਰਿਹਾ, ਉਹਦੇ 'ਚ ਬਹੁਤ ਜ਼ਿਆਦਾ ਰਿਸਰਚ ਤੇ ਥਰਸਟ ਹੈ, ਬਹੁਤ ਜ਼ਿਆਦਾ ਉਹਦੇ 'ਤੇ ਉਹ ਐਮਫੈਸਿਸ ਦਿੰਦੇ ਆ। ਔਰ ਉਹਨੂੰ ਧਿਆਨ 'ਚ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਅਸੀਂ ਰਿਸਰਚ ਨੂੰ ਪ੍ਰਮੋਟ ਕਰੀਏ। ਹਾਲਾਂਕਿ ਜਿਹੜੀ, ਜਿਵੇਂ ਤੁਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਹੈ ਕਿ ਜਿਹੜੀਆਂ NAAC ਦੀਆਂ ਰੇਟਿੰਗਸ ਹੈ, ਉਹਦੇ 'ਚ ਵੀ ਰਿਸਰਚ ਦੀ ਕਾਊਂਟਿੰਗ ਕਾਫੀ ਮੰਨੀ ਜਾਂਦੀ ਹੈ। ਹੁਣ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਾਰੇ ਇੰਸਟੀਟਿਊਸ਼ਨਸ 'ਤੇ ਪ੍ਰੈਸ਼ਰ ਹੈ ਕਿ ਰਿਸਰਚ ਆਪਣੀ ਪ੍ਰਮੋਟ ਕਰੋ। ਯੂਨੀਵਰਸਿਟੀ 'ਚ ਵੀ ਹੈ, ਪਰ ਉਹਦੇ ਲਈ ਤੁਹਾਨੂੰ ਫੰਡਿੰਗ ਚਾਹੀਦੀ ਹੁੰਦੀ ਹੈ। ਸਾਰੀ ਫੰਡਿੰਗ ਇੰਸਟੀਟਿਊਸ਼ਨਸ ਆਪਣੀ ਜਨਰੇਟ ਨਹੀਂ ਕਰ ਪਾਉਣਗੇ, ਇਹ ਤਾਂ ਮੰਨਣ ਵਾਲੀ ਗੱਲ ਹੈ। ਜਦੋਂ ਅਸੀਂ ਬਹੁਤ, ਸਾਡਾ ਇਹ ਐਜੂਕੇਸ਼ਨ ਸਿਸਟਮ ਇਹ ਡਿਪੈਂਡ ਕਰਦਾ ਸਾਡੀਆਂ ਗ੍ਰਾਂਟਸ 'ਤੇ, ਐਂਡ ਸੈਂਟਰ ਗਵਰਨਮੈਂਟ ਨੇ UGC ਦੇ ਥਰੂ ਬਹੁਤ ਸਾਰੀਆਂ ਗ੍ਰਾਂਟਸ ਪ੍ਰੋਵਾਈਡ ਕੀਤੀਆਂ ਹੋਈਆਂ ਅਤੇ ਉਹਨਾਂ ਨੂੰ ਅਵੇਲ ਕਰਕੇ ਹੀ ਇਹ ਕੰਮ ਅੱਗੇ ਵਧਣਾ ਹੈ, ਕਿਉਂਕਿ ਇਸ ਚੀਜ਼ ਦੀ ਜ਼ਰੂਰਤ ਸੀਗੀ। ਅਤੇ ਜੇ ਅਸੀਂ ਉਸ ਤੋਂ ਕੱਟ ਜਾਵਾਂਗੇ, ਮੇਨ ਆਪਣਾ ਜਿਹੜਾ ਨੈਸ਼ਨਲ ਹਾਇਰ ਐਜੂਕੇਸ਼ਨ ਸਿਸਟਮ ਤੋਂ ਕੱਢ ਕੇ, ਜਿਵੇਂ ਸਰ ਨੇ ਵੀ ਕਿਹਾ, ਜੇ UGC ਦੀਆਂ ਤੁਸੀਂ ਰੈਗੂਲੇਸ਼ਨਸ ਨੂੰ ਫੋਲੋ ਨਹੀਂ ਕਰ ਰਹੇ ਹੋ ਅਤੇ ਤੁਸੀਂ ਉਹਦੇ ਲਈ ਇੰਟਾਈਟਲਡ ਹੀ ਨਹੀਂ ਹੋ ਗ੍ਰਾਂਟਸ ਅਵੇਲ ਕਰਨ ਨੂੰ, ਅਤੇ ਕਿੰਨਾ ਨੁਕਸਾਨ ਹੈ। ਬਿਲਕੁਲ। ਜਿਹੜੀ ਵੀ ਯੂਥ ਇੱਥੇ ਪੜ੍ਹਾਈ ਕਰੇਗੀ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ, ਉਹਨਾਂ ਨੂੰ ਉਹ ਗ੍ਰਾਂਟਸ ਅਸੀਂ ਪ੍ਰੋਵਾਈਡ ਹੀ ਨਹੀਂ ਕਰ ਪਾਵਾਂਗੇ, ਕਿਉਂਕਿ ਉਹ ਵੀ ਆਰ ਨੋ ਮੋਰ ਇੰਟਾਈਟਲਡ। ਉਹਦੇ ਕਰਕੇ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਅਤੇ ਇਸ ਏਰੀਆ 'ਚ, ਇਸ ਸਾਰੇ ਰੀਜਨ 'ਚ ਅਸੀਂ ਰਿਸਰਚ ਵੱਲੋਂ ਬਹੁਤ ਪਿਛੜ ਜਾਵਾਂਗੇ। ਸੋ ਇਸ ਚੀਜ਼ ਦਾ ਖਤਰਾ ਸਾਡੇ 'ਤੇ ਬਿਲਕੁਲ ਡਾਇਰੈਕਟ ਬਣਿਆ ਹੋਇਆ ਹੈ।
ਬਿਲਕੁਲ ਹੁਣ ਤੱਕ ਪੰਜਾਬ ਯੂਨੀਵਰਸਿਟੀ ਤੇ ਉਹਦੇ ਐਫੀਲੀਏਟਡ ਕਾਲਜਸ ਦੀ ਜੋ ਰਿਸਰਚ ਰਹੀ ਹੈ ਉਹ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਮੰਨੀ ਗਈ ਹੈ, ਸਾਡੀ ਇੰਨੀ ਅੱਛੀ ਰਿਸਰਚ ਰਹੀ ਹੈ। ਲੇਕਿਨ ਇਹ ਗੱਲ ਬਿਲਕੁਲ ਠੀਕ ਹੈ ਕਿ ਜੇ ਸਾਡੀ ਉਹ ਰਿਸਰਚ ਦੀ ਕੁਆਲਿਟੀ ਘਟਦੀ ਰਹੇਗੀ, ਕਿਉਂਕਿ ਰਿਸਰਚ ਹੁੰਦੀ ਰਹਿਣਾ ਇੱਕ ਗੱਲ ਹੈ, ਲੇਕਿਨ ਉਹ ਰਿਸਰਚ ਕਿੰਨੇ ਹਾਈ ਇੰਪੈਕਟ ਜਰਨਲਸ ਵਿੱਚ ਪਬਲਿਸ਼ ਹੋ ਰਹੀ ਹੈ, ਉਹਦੀ ਦੁਨੀਆ ਵਿੱਚ ਕਿੰਨੀ ਵੈਲਿਊ ਪੈ ਰਹੀ ਹੈ, ਜੇ ਆਪਾਂ ਇੰਡਾਇਰੈਕਟਲੀ ਕਹੀਏ ਉਹਦੇ ਨਾਲ ਜਿਹੜੀ ਅਸੀਂ ਰੈਂਕਿੰਗਸ ਦੀ ਗੱਲ ਕਰ ਰਹੇ ਹਾਂ ਉਹਦਾ ਫਰਕ ਪੈਂਦਾ ਹੈ। ਤੇ ਉਹਦੇ ਲਈ ਅੱਛੀ ਰਿਸਰਚ ਲਈ ਓਬਵੀਅਸਲੀ ਜਿਵੇਂ ਤੁਸੀਂ ਕਿਹਾ ਗ੍ਰਾਂਟ ਦੀ ਅੱਛੀ ਦੀ ਬਹੁਤ ਜ਼ਰੂਰਤ ਹੈ। ਸੋ ਇਹ ਇੱਕ ਬਹੁਤ ਇੰਪੋਰਟੈਂਟ ਫੈਕਟਰ ਅਸੀਂ ਗੱਲ ਕੀਤੀ। ਮੈਮ ਨੇ 3 ਚੀਜ਼ਾਂ ਦਾ ਜ਼ਿਕਰ ਕੀਤਾ, ਇੱਕ ਮਾਰਕਸ ਜੇ ਡਾਇਰੈਕਟਲੀ ਆਪਾਂ ਰਿਜ਼ਲਟਸ ਦੇਖਦੇ ਹਾਂ, ਤੇ ਇਸ ਤੋਂ ਇਲਾਵਾ ਤੀਸਰੀ ਚੀਜ਼ ਸੀ ਇੰਪਲੋਏਬਿਲਿਟੀ। ਹੁਣ ਆਪਾਂ ਜਿਹੜਾ ਨਵਾਂ ਵਰਕਫੋਰਸ ਦੇਖ ਰਹੇ ਹਾਂ ਉਹਦੇ ਵਿੱਚ ਨੰਬਰਾਂ ਨੂੰ ਮੈਨੂੰ ਲੱਗਦਾ ਹੈ ਪਹਿਲਾਂ ਦੇ ਮੁਕਾਬਲੇ ਹੁਣ ਘੱਟ ਤਵੱਜੋ ਦਿੱਤੀ ਜਾਂਦੀ ਹੈ, ਪਰ ਜਿਹੜੀ ਆਪਣੇ ਖੁਦ ਦੇ ਟੈਸਟ ਜਾਂ ਇੰਟਰਵਿਊਜ਼ ਹੁੰਦੀਆਂ ਨੇ ਕੰਪਨੀਆਂ ਦੀਆਂ, ਇੰਡਸਟਰੀ ਦੀਆਂ, ਉਹਦੇ ਵਿੱਚ ਉਹ ਚੀਜ਼ ਜ਼ਰੂਰ ਦੇਖਦੇ ਵੀ ਇਹਦੀ ਇੰਪਲੋਏਬਿਲਿਟੀ, ਇਹਦੀ ਐਕਸਟਰਾ ਸਕਿੱਲਸ, ਚਾਹੇ ਉਹ ਕਮਿਊਨੀਕੇਸ਼ਨ ਹੋਵੇ ਜਾਂ ਐਕਸਟਰਾ ਕਰਿਕੂਲਰ ਹੋਵੇ, ਉਹ ਕਿੰਨੀ ਸਟਰੋਂਗ ਹੈ। ਤੇ ਸਰ ਮੈਨੂੰ ਦੱਸੋ, ਆਪਾਂ ਜਦੋਂ ਇਸ ਤਰ੍ਹਾਂ ਰਿਸਰਚ ਨੂੰ ਜਾਂ ਐਜੂਕੇਸ਼ਨ ਔਨ ਦਾ ਹੋਲ ਇੰਨਾ ਇੰਪੈਕਟ ਕਰਦੇ ਆ ਤੇ ਓਬਵੀਅਸਲੀ ਇੰਪਲੋਏਬਿਲਿਟੀ ਤੇ ਬਹੁਤ ਉਹਦਾ ਮਾੜਾ ਇੰਪੈਕਟ ਪਏਗਾ, ਤੇ ਉਹ ਕੀ ਪਏਗਾ ਪਲੀਜ਼ ਸਾਨੂੰ ਇਹ ਸਮਝਾਓ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਿਹਾ ਕਿ ਅਸੀਂ ਪਿਛਲੇ ਕੁਝ ਸਾਲਾਂ ਇੰਨੀਆਂ ਕੁ ਗਲਤੀਆਂ ਕਰ ਚੁੱਕੇ ਹਾਂ ਕਿ ਸਾਡੇ ਪੰਜਾਬ ਦੇ ਯੂਥ ਦੀ ਇੰਪਲੋਏਬਿਲਿਟੀ ਵੈਸੇ ਹੀ ਘਟੀ ਹੋਈ ਹੈ, ਔਰ ਉਹਦੇ ਵਿੱਚ ਇੱਕ ਟ੍ਰੈਂਡ ਨਿਕਲਿਆ ਕਿ ਬੱਚਿਆਂ ਨੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਤੁਸੀਂ ਕਿਸੇ ਬੱਚੇ ਨੂੰ ਸੁਣ ਕੇ ਇੱਥੇ ਕੁਝ ਨਹੀਂ ਰੱਖਿਆ, ਇਹ ਸੁਣ ਕੇ ਤਕਲੀਫ ਹੁੰਦੀ ਹੈ ਕਿ ਪੰਜਾਬ ਦਾ ਨੌਜਵਾਨ ਇਹ ਕਹਿੰਦਾ ਇੱਥੇ ਕੁਝ ਨਹੀਂ ਰੱਖਿਆ। ਉਹ ਕਿਉਂ ਉਹਨੂੰ ਕਹਿਣਾ ਪੈ ਰਿਹਾ? ਕਿਉਂਕਿ ਇੱਕ ਤਰਫ ਤਾਂ ਜੌਬ ਦੀ ਓਪਰਚੁਨਿਟੀ ਕ੍ਰੀਏਟ ਨਹੀਂ ਹੋ ਰਹੀ ਹੈ, ਜੇ ਕ੍ਰੀਏਟ ਹੋ ਰਹੀ ਹੈ ਤਾਂ ਉਹਨਾਂ ਨੂੰ ਤਿਆਰ ਨਹੀਂ ਕੀਤਾ ਜਾ ਰਿਹਾ। ਜਦ ਤੱਕ ਕੋਈ ਸਰਕਾਰ ਇਸ ਗੈਪ ਨੂੰ ਫਿਲ ਕਰਨ ਦੀ ਕੋਸ਼ਿਸ਼ ਨਹੀਂ ਕਰੇਗੀ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਲਈ ਹੋਰ ਸਾਰੀਆਂ ਮੁਸ਼ਕਲਾਂ ਹੀ ਹੋਣ ਵਾਲੀਆਂ। ਫੋਰਨ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਗ੍ਰੈਜੂਏਸ਼ਨ ਲੈਵਲ ਦੇ ਉੱਤੇ ਸਟੱਡੀਜ਼ ਹੈ ਉਹਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਰਿਸਰਚ ਇਨਵੋਲਵ ਹੁੰਦੀ ਹੈ। ਕਿਤੇ ਉਹਨੂੰ ਕੋਈ ਉਹ ਕੇਸ ਸਟੱਡੀ ਦੇ ਦੇਣਗੇ, ਕਿਤੇ ਉਹਨਾਂ ਨੂੰ ਕੋਈ ਅਸਾਈਨਮੈਂਟ ਦੇ ਦੇਣਗੇ ਕਿ ਇਸ ਦੇ ਬੇਸ 'ਤੇ ਡਿਸਕਸ ਕਰੋ, ਔਰ ਓਪਨ ਬੁੱਕ ਉਹਨਾਂ ਨੂੰ ਕਹਿੰਦੇ ਕਰਕੇ ਤੁਸੀਂ ਕਰੋ। ਉਹ ਬੇਸਿਕਲੀ ਰਿਸਰਚ ਓਰੀਐਂਟਡ ਐਜੂਕੇਸ਼ਨ ਹੈ। ਅਸੀਂ ਉਸ ਤਰਫ ਨੂੰ ਮੂਵ ਇਸ ਕਰਕੇ ਨਹੀਂ ਕਰ ਪਾ ਰਹੇ ਕਿਉਂਕਿ ਅਸੀਂ ਪੂਰੇ ਇਨਫਰਾਸਟ੍ਰਕਚਰ ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਕੰਪੋਨੈਂਟ ਹੈ ਟੀਚਰ, ਉਹਨੂੰ ਅਸੀਂ ਇਗਨੋਰ ਕਰ ਰਹੇ ਹਾਂ, ਔਰ ਉਹਨੂੰ ਅਸੀਂ ਉਸ ਤਰੀਕੇ ਦੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਜਿਹਨੂੰ ਸੁਣ ਕੇ ਬਹੁਤ ਤਕਲੀਫ ਹੁੰਦੀ ਹੈ। ਔਰ ਹਾਦਸਾ ਇਸ ਕਰਕੇ ਆਉਂਦਾ ਕਿ ਕੁਛ ਉਸ ਤਰੀਕੇ ਦੇ ਪੇ ਸਕੇਲ ਆਫਰ ਕੀਤੇ ਜਾ ਰਹੇ ਜਿਹੜਾ ਮੈਂ ਸਮਝਦਾ ਕਿ ਸੈਂਟਰ ਗਵਰਨਮੈਂਟ ਦਾ ਆਪਣੇ ਪੀਐਨ ਨੂੰ ਪੇ ਸਕੇਲ ਨਹੀਂ ਦੇ ਰਹੀ ਜੋ ਪੰਜਾਬ ਗਵਰਨਮੈਂਟ ਇਸ ਮੌਕੇ ਯੂਨੀਵਰਸਿਟੀ ਟੀਚਰ ਨੂੰ ਆਫਰ ਕਰ ਰਹੀ ਹੈ। ਬਿਲਕੁਲ ਸਰ, ਇਹਦੀ ਗੱਲ ਕਰ ਲੈਣਾ ਤੁਸੀਂ, ਜੇ ਇਹਦਾ ਜ਼ਿਕਰ ਕੀਤਾ ਕਿ ਇੱਕ ਜਦੋਂ ਤੁਸੀਂ ਫੈਕਲਟੀ ਦੀ ਹਾਇਰਿੰਗ ਕਰਦੇ ਹੋ, ਆਪਾਂ ਮੰਨ ਕੇ ਚੱਲਦੇ ਹਾਂ ਕਿ ਪੀਐਚਡੀ ਉਹਨੇ ਕੀਤੀ ਹੋਈ ਹੈ ਕਿਉਂਕਿ 2022 ਤੋਂ ਤਾਂ ਅਗਲੇ ਸਾਲ ਤੋਂ ਤਾਂ ਪੀਐਚਡੀ ਕੰਪਲਸਰੀ ਹੋ ਹੀ ਜਾਣੀ ਹੈ। ਸੋ ਇੱਕ ਪੀਐਚਡੀ ਕਰਕੇ ਜਿਹੜਾ ਕੈਂਡੀਡੇਟ ਆ ਰਿਹਾ ਹੈ, ਚਾਹੇ ਉਹਦਾ ਇੰਡਸਟਰੀ ਐਕਸਪੀਰੀਅੰਸ ਹੋਵੇ ਨਾ ਹੋਵੇ, ਉਹਨੂੰ ਪਲੀਜ਼ ਮੈਮ ਤੁਸੀਂ ਦੱਸਣਾ ਕਿ ਐਜ਼ ਅ ਫਰੈਸ਼ਰ, ਐਜ਼ ਐਨ ਅਸਿਸਟੈਂਟ ਪ੍ਰੋਫੈਸਰ, ਉਹਨੂੰ ਪਹਿਲੇ 3 ਸਾਲ ਪ੍ਰੋਬੇਬਿਲਿਟੀ ਜਿਹੜੀ ਹੁੰਦੀ ਹੈ ਇਹਨਾਂ ਦੀ, ਉਹ ਪਹਿਲੇ 3 ਸਾਲ ਕੀ ਸੈਲਰੀ ਮਿਲਦੀ ਹੈ? ਉਹਨੂੰ ਜੀ 3 ਸਾਲ ਪ੍ਰੋਬੇਸ਼ਨ ਤੇ ਰੱਖਿਆ Probation, ਜਾਂਦਾ ਹੈ ਤੇ ਉਸ ਪ੍ਰੋਬੇਸ਼ਨ ਦੇ ਦੌਰਾਨ ਉਹਨੂੰ 15,600 ਦੀ ਸੈਲਰੀ ਫਿਕਸ ਕੀਤੀ ਗਈ ਹੈ। ਹੁਣ ਤੁਸੀਂ ਅੱਜ ਦੇ ਜ਼ਮਾਨੇ 'ਚ ਦੇਖ ਲਓ, ਇਨਫਲੇਸ਼ਨ ਰੇਟ ਵੀ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਕੋਈ ਆਪਣੀ ਫੈਮਿਲੀ ਵੀ ਕਿਵੇਂ ਚਲਾਏਗਾ, ਕਿਸ ਏਜ ਤੇ ਜਾ ਕੇ ਜਿਹੜੇ ਸਾਡੇ ਸਟੂਡੈਂਟਸ ਹੈ, ਰਿਸਰਚਰਸ ਹੈ, ਉਹ ਜਾ ਕੇ ਪੀਐਚਡੀ ਕਰਨੇ ਵਿਚ ਇਜ਼ ਸਪੋਜ਼ ਟੂ ਬੀ ਹਾਈਐਸਟ ਐਕੈਡੈਮਿਕ ਡਿਗਰੀ। ਉਸ ਤੋਂ ਬਾਅਦ ਇਸ ਸੈਲਰੀ ਤੇ ਜਿਹਨੂੰ ਕੰਮ ਕਰਨਾ ਪਏਗਾ, ਫਿਰ ਅਸੀਂ ਕਿਸ ਤਰ੍ਹਾਂ ਦੀ ਇੰਪਲੋਏਬਿਲਿਟੀ ਦੇ ਰਹੇ ਹਾਂ ਬੱਚਿਆਂ ਨੂੰ, ਕਿਸ ਤਰ੍ਹਾਂ ਦੀ ਉਹਨਾਂ ਨੂੰ ਓਪਰਚੁਨਿਟੀਜ਼ ਪ੍ਰੋਵਾਈਡ ਕਰ ਰਹੇ ਹਾਂ। ਜਦੋਂ ਤੁਸੀਂ ਗੱਲ ਕਰ ਰਹੇ ਸੀ ਪੰਜਾਬ ਦੀ ਯੂਥ ਬਾਰੇ ਵੀ, ਤੁਸੀਂ ਦੇਖੋ ਜੇ ਬੱਚਾ ਇੱਥੇ ਪੜ੍ਹ ਵੀ ਲੈਂਦਾ ਹੈ ਤੇ ਉਹਨੂੰ ਪ੍ਰੋਪਰ ਇੰਪਲੋਏਬਿਲਿਟੀ ਜਾਂ ਪ੍ਰੋਪਰ ਉਹਨੂੰ ਇਨਕਮ ਆਣੀ ਜਿਹੜੀ ਹੈ, ਇਹ ਵੀ ਤਾਂ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ ਨਾ। ਸੋ ਅਗਰ ਇਹੋ ਜਿਹੇ ਪੇ ਸਕੇਲਸ ਤੁਸੀਂ ਉਹਨਾਂ ਲਈ ਇੰਟਰੋਡਿਊਸ ਕਰ ਦਿੰਦੇ ਹੋ, 3 ਸਾਲ ਤੱਕ 27, 28, 29 ਸਾਲ ਤੇ ਬੰਦਾ ਆਪਣੀ ਪੀਐਚਡੀ ਕੰਪਲੀਟ ਕਰਦਾ ਹੈ, ਉਸ ਤੋਂ ਬਾਅਦ 3 ਸਾਲ ਤੱਕ ਉਹ ਇਸੇ ਸੈਲਰੀ ਤੇ ਰਹੇਗਾ, ਇਹਦਾ ਮਤਲਬ ਉਹ ਫਿਰ ਆਪਣੇ ਘਰਦਿਆਂ ਤੋਂ ਫਾਈਨੈਂਸ਼ੀਅਲ ਸਪੋਰਟ ਲੈ ਕੇ ਆਪਣੀ ਜ਼ਿੰਦਗੀ ਕੱਟਦਾ ਰਹੇਗਾ, ਤੇ ਦਿਸ ਇਜ਼ ਨਾਟ ਅ ਗੁੱਡ ਸੀਨ। ਬਿਲਕੁਲ ਸਹੀ ਗੱਲ ਹੈ। ਮੈਮ ਨੇ ਇੱਕ ਜਿਹੜੀ ਗੱਲ ਕੀਤੀ ਉਹਦੇ 'ਚ ਅਸੀਂ ਪ੍ਰੈਕਟੀਕਲੀ ਗੱਲ ਕਰੀਏ, 27, 28, 29, ਇਹ ਵੀ ਮੈਨੂੰ ਲੱਗਦਾ ਮੈਡਮ ਮਿਨੀਮਮ ਏਜ ਕਹਿ ਰਹੇ ਹੈ ਜੇ ਕੋਈ ਆਪਣੀ ਐਮਏ ਕਰਕੇ ਨਾਲ ਦੀ ਨਾਲ ਪੀਐਚਡੀ ਕਰਨ ਲੱਗ ਜਾਵੇ। ਪਰ ਇਹ ਉਹ ਏਜ ਹੈ ਜਦੋਂ ਤੱਕ ਸਾਡੀ ਸੁਸਾਇਟੀ ਐਵੇਂ ਦੀ ਹੈ, ਬੰਦੇ ਦਾ ਵਿਆਹ ਹੋ ਜਾਂਦਾ ਹੈ, ਉਹਦੀ ਇੱਕ ਫੈਮਿਲੀ ਸ਼ੁਰੂ ਹੋ ਜਾਂਦੀ ਹੈ। 15,600 ਰੁਪਏ ਪੀਐਚਡੀ ਇੱਕ ਹਾਈਐਸਟ ਕੁਆਲੀਫਿਕੇਸ਼ਨ ਲੈਣ ਤੋਂ ਬਾਅਦ ਜਿਹੜਾ ਕੈਂਡੀਡੇਟ ਲੈ ਰਿਹਾ ਹੈ, ਇਹਦਾ ਮਤਲਬ ਪਹਿਲੀ ਚੀਜ਼ ਉਹ ਇਸ ਪ੍ਰੋਫੈਸ਼ਨ 'ਚ ਆਉਣਾ ਨਹੀਂ ਚਾਹੇਗਾ। ਜੇ ਉਹ ਆਏਗਾ ਤਾਂ ਉਹ ਇੱਕ ਆਲਟਰਨੇਟ ਸੋਰਸ ਆਫ ਇਨਕਮ ਲੱਭੇਗਾ। ਅੱਜ ਦੇ ਜ਼ਮਾਨੇ 'ਚ ਇਹ ਹਿਊਮਨ ਟੈਂਡੈਂਸੀ ਹੈ। ਤੇ ਜਦੋਂ ਆਪਾਂ ਇਹ ਕਰ ਰਹੇ ਹਾਂ, ਇਹਦਾ ਆਪਾਂ ਡਾਇਰੈਕਟ ਅਸਰ ਜੋ ਉਹ ਆਪਣੀ ਜੌਬ ਨੂੰ ਦੇਗਾ, ਐਜੂਕੇਸ਼ਨ ਨੂੰ, ਉੱਤੇ ਆਪਾਂ ਇੰਪੈਕਟ ਕਰ ਰਹੇ ਹਾਂ। ਤੇ ਜਿਵੇਂ ਕਿ ਅਸੀਂ ਕਿਹਾ, ਉਹ ਪੰਜਾਬ 'ਚ ਨੌਕਰੀ ਕਰਨਾ ਹੀ ਨਹੀਂ ਚਾਹੇਗਾ ਕਿਉਂਕਿ ਪੰਜਾਬ ਵਿੱਚ ਹੀ ਇਹ 3 ਸਾਲ ਕੋਈ ਛੋਟਾ ਟਾਈਮ ਨਹੀਂ ਹੈ, 3 ਸਾਲ ਇਹੋ ਜਿਹੀ ਪ੍ਰੋਬੇਸ਼ਨ ਤੇ ਉਹਨੂੰ ਕੱਟਣੇ ਪੈ ਰਹੇ ਨੇ।
ਤੇ ਮੈਂ ਇਹ 'ਚ ਐਡ ਇਹ ਵੀ ਕਰ ਦੇਵਾਂ ਕਿ PhD ਕਰਨ ਦੇ ਦੋ ਤਰੀਕੇ ਨੇ, ਜਾਂ ਤਾਂ ਤੁਸੀਂ UGC ਨੈਟ ਦਾ ਇੱਕ ਐਗਜ਼ਾਮ ਹੁੰਦਾ ਉਹਨੂੰ ਪਾਰ ਕਰੋ, ਜਾਂ ਫਿਰ ਯੂਨੀਵਰਸਿਟੀ ਦੀ ਆਪਣੀ ਐਂਟਰੈਂਸ ਹੁੰਦੀ ਹੈ। ਤੇ ਜ਼ਿਆਦਾਤਰ ਬੱਚੇ ਜਿਹੜੇ ਹੁੰਦੇ ਆ ਉਹ ਨੈਟ ਦਾ ਐਗਜ਼ਾਮ ਕਲੀਅਰ ਕਰਦੇ ਨੇ। ਉਹਦੇ ਚੋਂ ਵੀ ਕਈ ਹੁੰਦੇ ਨੇ ਜਿਹੜੀ ਇੱਕ ਫੈਲੋਸ਼ਿਪ, ਜਿਹਨੂੰ ਅਸੀਂ ਜੂਨੀਅਰ ਰਿਸਰਚ ਫੈਲੋਸ਼ਿਪ ਕਹਿੰਦੇ ਆ, ਉਹ ਮਿਲ ਜਾਂਦੀ ਹੈ। ਤੇ JRF ਦੀ ਤੁਸੀਂ ਜਾਣਦੇ ਹੋ ਕਿ ਅਰਾਊਂਡ 35,000 ਪਰ ਮਹੀਨਾ ਉਹਨੂੰ ਮਿਲਦਾ, ਕਿੱਥੇ 15,600 ਅਸਿਸਟੈਂਟ ਪ੍ਰੋਫੈਸਰ ਨੂੰ। ਤੇ JRF ਜਿਹੜਾ ਸ਼ਾਇਦ ਉਹਦੇ ਅੰਡਰ ਹੋਏਗਾ ਉਹਨੂੰ 35,000 ਮਿਲੇਗਾ, ਤੇ 2 ਸਾਲ ਬਾਅਦ ਉਹ SRF ਹੋ ਕੇ 40 ਤੋਂ ਵੱਧ ਲੈਣ ਲੱਗ ਜਾਏਗਾ ਜੇ ਆਪਾਂ HRA ਉਹਦਾ ਮਿਲਾ ਲਈਏ। ਸੋ ਇੱਕ ਇਹੋ ਜਿਹੇ ਕੰਟਰਾਸਟ ਵਿੱਚ ਸਾਡੇ ਜੇ ਟੀਚਰ ਪੜਾਉਣਗੇ, ਤੇ ਇਹਦੇ 'ਚ ਸਰ ਤੁਸੀਂ ਮੈਨੂੰ ਕੱਲ ਦੱਸ ਰਹੇ ਸੀਗੇ ਜੇ ਕੋਈ ਪ੍ਰੋਫੈਸਰ ਵੀ ਉਹਦੀ ਪ੍ਰਿੰਸੀਪਲ ਦੀ ਨਿਯੁਕਤੀ ਹੁੰਦੀ ਹੈ ਤਾਂ ਉਹਦੇ ਤੇ ਵੀ ਇਹ ਸੇਮ ਚੀਜ਼ ਲਾਗੂ ਹੁੰਦੀ ਹੈ। ਹਾਂ, ਉਹ ਬਿਲਕੁਲ ਉਸੇ ਤਰੀਕੇ ਨਾਲ, ਜਾਣੀ ਕਿ ਜਦੋਂ JRF ਬੰਦਾ ਕਰ ਰਿਹਾ ਉਹ ਯੂਨੀਵਰਸਿਟੀ ਕਾਲਜ ਟੀਚਿੰਗ ਆਪਣੇ ਨੂੰ ਤਿਆਰ ਹੋ ਰਿਹਾ, ਉਹਨੂੰ UGC ਕਹਿੰਦੇ ਕਿ ਤੂੰ PhD ਕਰ ਰਿਹਾ, ਤੂੰ ਅੱਗੇ ਨੂੰ ਅਸਿਸਟੈਂਟ ਪ੍ਰੋਫੈਸਰ ਲੱਗਣਾ ਹੈ, ਇਸ ਕਰਕੇ ਤੈਨੂੰ ਅਸੀਂ ਫੈਲੋਸ਼ਿਪ ਦੇ ਰਹੇ, ਤੈਨੂੰ ਕੋਈ ਸਪੋਰਟ ਦੇ ਰਹੇ। ਪਰ ਜਦੋਂ ਉਹ PhD ਕਰਕੇ ਮੁੜ ਕੇ ਨੌਕਰੀ ਬਣਾ, ਫਿਰ ਉਸ ਨੂੰ ਪਤਾ ਲੱਗਦਾ ਕਿ ਫੈਲੋਸ਼ਿਪ ਦੇ ਤੇ ਨੌਕਰੀ ਸਟਾਰਟ ਹੋ ਰਹੀ ਹੈ। ਬਿਲਕੁਲ, ਉਹ ਉਹਦੇ ਲਈ ਬੜਾ ਇੱਕ ਸ਼ੌਕ ਦੇ ਤੌਰ ਤੇ ਆਉਂਦਾ। ਔਰ ਇਹ ਪੰਜਾਬ ਇਹ ਜਿਹੜਾ ਕਹਿ ਲਓ ਕਿ ਵੀ ਸ਼ੌਕ ਜਿਹੜਾ ਬਹੁਤ ਬੱਚਿਆਂ ਨੂੰ ਦੇ ਚੁੱਕਾ, ਔਰ ਉਹਦਾ ਸਾਨੂੰ ਇਹ ਟ੍ਰੈਂਡ ਨਜ਼ਰ ਵੀ ਆਉਣਾ ਸ਼ੁਰੂ ਹੋ ਗਿਆ ਕਿ ਬਹੁਤ ਸਾਰੇ ਰਿਸਰਚਰ ਇਨ ਬਿਟਵੀਨ ਜਦੋਂ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਕਿ ਅੱਗੇ ਸਾਡਾ ਫਿਊਚਰ ਹੈ, ਉਹ ਛੱਡ ਕੇ ਜਾ ਰਹੇ ਨੇ। ਉਹਨਾਂ ਨੇ ਇਹ ਪ੍ਰੋਫੈਸ਼ਨ ਨੂੰ ਤਿਲਾਂਜਲੀ ਦਿੱਤੀ ਹੈ, ਔਰ ਮੈਂ ਇਸ ਨੂੰ ਮੈਨੂੰ ਮੰਨਣ 'ਚ ਕੋਈ ਗੁਰੇਜ਼ ਨਹੀਂ ਕਿ ਇਹਨਾਂ ਹਾਲਾਤਾਂ ਕਈਆਂ ਨੂੰ ਮੈਂ ਵੀ ਕਹਿ ਕੇ ਵੀ ਤੁਸੀਂ ਬਿਹਤਰ ਹੈ ਕਿ ਕੁਛ ਹੋਰ ਤਰੀਕਾ ਲੱਭ ਲਓ। ਇਹ ਤੁਹਾਨੂੰ ਇਸ ਪ੍ਰੋਫੈਸ਼ਨ ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਨੇ, ਔਰ ਉਹਦੇ ਸਾਨੂੰ ਰੂਪ ਇੱਕ ਵਿਗੜਿਆ ਰੂਪ ਜਾ ਕੇ ਦੇਖਣ ਨੂੰ ਮਿਲਦਾ ਕਿ ਗਵਰਨਮੈਂਟ ਕਾਲਜਿਸ ਦੀ ਜੇ ਤਾਂ ਮੈਂ ਗੱਲ ਕਰਾਂ 1873 ਦੇ ਵਿੱਚ ਬੜੀ ਮੁਸ਼ਕਿਲ ਨਾਲ 300 ਬੰਦਾ ਜਿਹੜਾ ਰੈਗੂਲਰ ਕੰਮ ਕਰ ਰਿਹਾ। UGC ਕਹਿੰਦੀ ਕਿ 90% ਰੈਗੂਲਰ ਫੈਕਲਟੀ ਚਾਹੀਦੀ ਹੈ। ਕਿਸੇ ਯੂਨੀਵਰਸਿਟੀ ਦੇ ਵਿੱਚ ਇਸ ਤਰੀਕੇ ਦੀ ਪੋਜੀਸ਼ਨ ਨਹੀਂ। ਉਸ ਤੋਂ ਬਾਅਦ ਜਦੋਂ ਪੇ ਸਕੇਲ ਦੀ ਇੰਪਲੀਮੈਂਟੇਸ਼ਨ ਦੀ ਗੱਲ ਆਉਂਦੀ ਹੈ, ਪੂਰੇ ਪੰਜਾਬ ਦੇ ਇੰਪਲਾਈਜ਼ ਦੀ ਨੋਟੀਫਿਕੇਸ਼ਨ ਹੋ ਚੁੱਕੀ ਸੀ ਯੂਨੀਵਰਸਿਟੀ ਕਾਲਜ ਟੀਚਰ ਹੈ। ਉਹ ਇਸ ਤਰੀਕੇ ਨਾਲ ਲੱਗਣ ਲੱਗ ਪੈਂਦਾ ਵੀ ਜਿੱਦਾਂ ਕਿ ਪੰਜਾਬ ਗਵਰਨਮੈਂਟ ਚਾਹੁੰਦੀ ਹੈ ਕਿ ਵੀ ਯੂਨੀਵਰਸਿਟੀ ਕਾਲਜ ਬੰਦ ਹੋ ਜਾਣ। ਕਈ ਵਾਰ ਮਨ ਦੇ ਵਿੱਚ ਇਹ ਆਉਂਦਾ ਕਿ ਸ਼ਾਇਦ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ, ਇਸ ਕਰਕੇ ਪਬਲਿਕ ਫੰਡਡ ਐਜੂਕੇਸ਼ਨ ਨੂੰ ਸਰਕਾਰ ਜਾਣ ਬੁੱਝ ਕੇ ਇੱਕ ਵੱਡੀ ਸੱਟ ਮਾਰਨਾ ਚਾਹੁੰਦੀ ਹੈ। ਸਾਨੂੰ ਉਸ ਤਰੀਕੇ ਦੀ ਫੀਲਿੰਗ ਆਉਂਦੀ ਹੈ ਇਸ ਤੋਂ। ਜੀ ਬਿਲਕੁਲ ਸਰ, ਜਿਹੜੇ ਪੇ ਕਮਿਸ਼ਨ ਦੀ ਗੱਲ ਕਰ ਰਹੇ ਹੋ 2016 ਵਿੱਚ ਲਾਗੂ ਹੋਇਆ ਸੀਗਾ। 17 ਨੋਟੀਫਿਕੇਸ਼ਨ 16 ਤੋਂ ਲਾਗੂ ਹੈ। 16 ਤੋਂ ਲਾਗੂ ਹੋਇਆ, 17 ਦੀ ਨੋਟੀਫਿਕੇਸ਼ਨ ਹੈ। 5 ਸਾਲ ਤੋਂ ਵੱਧ ਹੋ ਚੁੱਕੇ ਨੇ, ਉਹ ਹੁਣ ਤੱਕ ਲਾਗੂ ਨਹੀਂ ਹੋਇਆ। ਹੁਣ ਜਿਵੇਂ ਅਸੀਂ ਟ੍ਰੈਂਡ ਦੇਖਦੇ ਸ਼ਾਇਦ ਇਲੈਕਸ਼ਨ ਆ ਚੱਲੀ ਹੈ ਤਾਂ ਉਹ ਮਿਲ ਜਾਵੇ, ਲੇਕਿਨ ਕੀ ਹਰ 10 ਸਾਲ ਤੋਂ ਬਾਅਦ ਵੀ ਐਡੀਸ਼ਨਲ 5 ਸਾਲ ਉਸ ਇਲੈਕਸ਼ਨ ਦੀ ਵੇਟ ਕਰਨੀ ਪਿਆ ਕਰੂਗੀ, ਜਾਂ ਅਸੀਂ ਇਹਦੇ ਖਿਲਾਫ ਹੋਰ ਕੁਝ ਕਰ ਸਕਦੇ ਹਾਂ? ਸਰ ਸਾਡੇ ਕੋਲ ਕੀ ਆਪਸ਼ਨ ਨੇ? ਤੁਸੀਂ ਦੋਨੋਂ ਇਹੋ ਜਿਹੀ ਬਾਡੀਜ਼ ਨਾਲ ਜੁੜੇ ਹੋ ਜਿਹੜੀ ਇਹਦੇ ਖਿਲਾਫ ਐਜੀਟੇਟ ਕਰਦੀਆਂ ਨੇ, ਸੰਘਰਸ਼ ਕਰਦੀਆਂ ਨੇ, ਕੀ ਸਾਡੇ ਕੋਲ ਆਪਸ਼ਨਸ ਨੇ ਇਹਦੇ ਲਈ? ਦੇਖੋ, ਮੈਂ ਇਹ ਗੱਲ ਕਹਾਂਗਾ ਕਿ ਪਿੱਛੇ ਜਦੋਂ ਦੀ ਪੋਲੀਟੀਕਲ ਅਨਸਰਟਨਟੀ ਪੰਜਾਬ 'ਚ ਰਹੀ, ਉਹਦੇ ਵਿੱਚ ਸਾਡੇ ਮੁੱਦਿਆਂ 'ਤੇ ਆ ਕੇ ਇੱਕ ਪੌਜ਼ ਜਿਹਾ ਸਾਨੂੰ ਸਰਕਾਰ 'ਤੇ ਨਜ਼ਰ ਆ ਰਿਹਾ ਸੀ। ਅਸੀਂ ਦੂਸਰੇ ਮੁਲਾਜ਼ਮਾਂ ਦੀ ਤਰ੍ਹਾਂ ਨਹੀਂ ਸੀ ਕਰ ਰਹੇ ਕਿ ਵੀ ਉਸ ਮੌਕੇ ਵੀ ਬਹੁਤ ਤਿੱਖਾ ਐਜੀਟੇਸ਼ਨ ਕਰੀਏ। ਅਸੀਂ ਉਸ ਮੌਕੇ ਭੁੱਖ ਹੜਤਾਲ ਕੀਤੀ। 45 ਦਿਨ ਬਾਅਦ ਆ ਕੇ ਸਾਡੀ ਸਰਕਾਰ ਨਾਲ ਇੱਕ ਬੜੀ ਫਰੂਟਫੁਲ ਮੀਟਿੰਗ ਹੋਈ। ਸਰਦਾਰ ਪ੍ਰਗਟ ਸਿੰਘ ਨਵੇਂ ਐਜੂਕੇਸ਼ਨਲ ਮਿਨਿਸਟਰ ਬਣੇ, ਕ੍ਰਿਸ਼ਨ ਕੁਮਾਰ ਜੀ ਨਵੇਂ ਸੈਕਟਰੀ ਬਣੇ। ਉਹਨਾਂ ਨਾਲ ਤਕਰੀਬਨ 1 ਘੰਟਾ ਡਿਸਕਸ਼ਨ ਤੋਂ ਬਾਅਦ ਉਹਨੇ ਸਾਡੀ ਗੱਲ ਨੂੰ ਇਨ ਪ੍ਰਿੰਸੀਪਲ ਮੰਨਿਆ ਕਿ ਜੋ ਤੁਸੀਂ ਕਹਿ ਰਹੇ ਹੋ ਠੀਕ ਹੈ, ਕਿਉਂਕਿ ਅਸੀਂ ਉਹਨਾਂ ਦੀ ਗੱਲ ਕਰ ਰਹੇ ਸੀ ਕਿ ਬਈ ਲੈਟ ਦਾ ਬੈਟਰ ਲੌਜਿਕ ਪ੍ਰਵੇਲ। ਅਸੀਂ ਗਲਤ ਹੈ ਸਾਬਤ ਕਰ ਦਿਓ, ਸਾਡਾ ਕੰਮ, ਅਸੀਂ ਟੀਚਰਸ ਹਾਂ, ਅਸੀਂ ਉਸ 'ਤੇ ਤੁਹਾਡੇ ਨਾਲ ਇੱਜ਼ਤ ਕਰਕੇ ਨਹੀਂ ਬੈਠਾਂਗੇ। ਪਰ ਜੇ ਸਾਡੀ ਗੱਲ ਸਹੀ ਹੈ ਤਾਂ ਫਿਰ ਤੁਹਾਨੂੰ ਉਸ ਵਿੱਚ ਕੋਈ ਹੈਜ਼ੀਟੇਸ਼ਨ ਹੋਣੀ ਨਹੀਂ ਚਾਹੀਦੀ। ਮੇਰਾ ਇੱਕ ਹੋਰ ਸਵਾਲ ਇਹ ਵੀ ਹੈ ਕਿ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਚਲੋ ਮੰਤਰੀ ਨੂੰ ਮਿਲਾਏ, ਅਸੀਂ ਡਿਸਕਸ਼ਨ ਕੀਤੀ, ਜੇ ਸਾਡੀ ਨਹੀਂ ਮੰਨੀ ਜਾਏਗੀ ਤਾਂ ਅਸੀਂ ਐਜੀਟੇਸ਼ਨ ਕਰਾਂਗੇ, ਸਟ੍ਰਾਈਕ ਕਰਾਂਗੇ, ਭੁੱਖ ਹੜਤਾਲ ਕਰਾਂਗੇ। ਕੀ ਸਾਡੇ ਕੋਲ, ਕਿਉਂਕਿ ਮੈਨੂੰ ਹਮੇਸ਼ਾ ਇਹ ਲੱਗਦਾ ਬਤੌਰ ਟੀਚਰ ਇੱਕ ਬੜੀ ਰਿਸਪੌਂਸਿਬਿਲਿਟੀ ਹੁੰਦੀ ਹੈ, ਸਭ ਤੋਂ ਵੱਡੇ ਰੋਲ ਮਾਡਲ ਬੱਚਿਆਂ ਲਈ ਉਹੀ ਹੈ। ਕੀ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਹੈ? ਮੈਂ ਸਮਝਦਾ ਕਿ ਜਿਸ ਤਰੀਕੇ ਦਾ ਸੰਘਰਸ਼ ਅਸੀਂ ਚਲਾਇਆ ਉਹ ਆਪਣੇ ਆਪ 'ਚ ਇੱਕ ਰੋਲ ਮਾਡਲ ਹੈ। ਅਸੀਂ ਕਦੀ ਵੀ ਪ੍ਰੋਟੈਸਟ ਨੂੰ ਉਸ ਫਾਰਮ 'ਚ ਨਹੀਂ ਲੈ ਕੇ ਗਏ ਜਿੱਥੇ ਬੱਚਿਆਂ ਨੂੰ ਜ਼ਿਆਦਾ ਨੁਕਸਾਨ ਹੋਏ। ਜੀ, ਕਿਸੇ ਮੌਕੇ ਤੁਹਾਨੂੰ ਪ੍ਰੋਟੈਸਟ ਕਰਕੇ ਕਰਨਾ ਪੈਂਦਾ ਕਿ ਤੁਸੀਂ ਗਵਰਨਮੈਂਟ ਦਾ ਧਿਆਨ ਖਿੱਚਣਾ ਚਾਹੁੰਦੇ ਆ, ਪਰ ਜਦੋਂ ਸਾਨੂੰ ਲੱਗਿਆ ਕਿ ਸਟੂਡੈਂਟ ਦਾ ਕੋਈ ਨੁਕਸਾਨ ਹੋ ਸਕਦਾ ਹੈ, ਅਸੀਂ ਉਹਦਾ ਸਟੈਪ ਬਦਲਿਆ। ਜਿਸ ਤਰੀਕੇ ਨਾਲ ਅਸੀਂ ਫਾਈਨਲ ਸਮੈਸਟਰ ਦੇ ਪੇਪਰ ਦੀ ਅਸੀਂ ਐਵੈਲੂਏਸ਼ਨ ਸਸਪੈਂਡ ਕੀਤੀ, ਅਸੀਂ ਐਵੈਲੂਏਸ਼ਨ ਨਹੀਂ ਕਰਨੀ। ਪਰ ਸਾਨੂੰ 2-1 ਹਫ਼ਤੇ ਵਿੱਚ ਫੀਡਬੈਕ ਆ ਗਿਆ ਕਿ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਦੂਜੇ, ਉਹਨਾਂ ਨੂੰ ਨੁਕਸਾਨ ਹੋ ਜਾਏਗਾ। ਅਸੀਂ ਉਹ ਫਾਈਨਲ ਸਮੈਸਟਰ ਦਾ ਵਿਡਰਾ ਕਰ ਲਿਆ। ਫਿਰ ਸਾਨੂੰ ਇੱਕ ਫੀਡਬੈਕ ਮਿਲਿਆ ਕਿ ਜਿਹੜੇ ਬੱਚੇ ਦੇ ਪਿਛਲੇ ਕਿਸੇ ਰੀਪੇਅਰ ਹੈ, ਉਹਨਾਂ ਨੂੰ ਇਹ ਪ੍ਰੋਬਲਮ ਆ ਸਕਦੀ ਹੈ, ਅਸੀਂ ਉਹ ਵੀ ਵਾਪਸ ਲੈ ਲਿਆ ਕਿ ਅਸੀਂ ਆਪਣਾ ਮੋਡ ਬਦਲਦੇ ਹਾਂ, ਬੱਚਿਆਂ ਦਾ ਨੁਕਸਾਨ ਨਹੀਂ ਹੋ ਜਾਏਗਾ, ਕਿਉਂਕਿ ਸਾਡਾ ਬੱਚਿਆਂ ਨਾਲ ਇੱਕ ਰਿਸ਼ਤਾ ਹੀ ਲੱਗ ਗਿਆ। ਬਿਲਕੁਲ। ਅਸੀਂ ਜਦੋਂ ਵੀ ਸਾਨੂੰ ਕਿਤੇ ਲੱਗਦਾ ਕਿ ਬੱਚਿਆਂ ਦਾ ਨੁਕਸਾਨ ਹੋ ਜਾਏਗਾ, ਅਸੀਂ ਤਾਂ ਕਰੈਕਟਿਵ ਸਟੈਪ ਲੈਂਦੇ ਹਾਂ। ਪਰ ਪੰਜਾਬ ਗਵਰਨਮੈਂਟ ਸ਼ਾਇਦ ਇਹਨਾਂ ਬੱਚਿਆਂ ਨੂੰ ਆਪਣਾ ਬੱਚਾ ਨਹੀਂ ਸਮਝਦੀ, ਜਿਹੜਾ ਸਾਨੂੰ ਉਸ ਤਰਫ ਮਜਬੂਰ ਕਰਦੀ ਹੈ। ਅਸੀਂ ਕੋਈ ਲਗਾਤਾਰ ਐਜੀਟੇਸ਼ਨ ਨਹੀਂ ਕੀਤਾ, ਅਸੀਂ ਭੁੱਖ ਹੜਤਾਲ ਕੀਤੀ ਹੈ ਜਾਂ ਸਟ੍ਰਾਈਕ ਕੀਤੀ ਹੈ,
ਬਹੁਤ ਲਿਮਟਿਡ ਵੇ ਨਾਲ ਕੀਤੀ ਹੈ, ਪ੍ਰੋਟੈਸਟ ਕਰਕੇ ਸਿਰਫ ਉਹਨਾਂ ਨੂੰ ਕੰਪੈਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਰ-ਬਾਰ ਪੌਜ਼ ਦਿੱਤਾ। ਪਰ ਜੇ ਹੁਣ 15 ਦਸੰਬਰ ਤੱਕ ਮੈਂ ਸਮਝਦਾ ਕਿ 15 ਤੋਂ 20 ਦਸੰਬਰ ਦੇ ਕਰੀਬ ਕੋਡ ਲੱਗ ਜਾਏਗਾ, ਸਾਰੇ ਪੰਜਾਬ ਨੂੰ ਪੇ ਸਕੇਲ ਦੇ ਕੇ ਸਾਰੀਆਂ ਦੀਵਾਲੀ ਦੀਆਂ ਚੀਜ਼ਾਂ ਵੰਡ ਕੇ ਤੇ ਬਿਜਲੀ ਦਾ ਬਿੱਲ ਘਟਾ ਦਿੱਤਾ, ਸਭ ਕੁਝ ਕਰ ਦਵਾ, ਇਹ ਯੂਨੀਵਰਸਿਟੀ ਕਾਲਜ ਟੀਚਰ ਨੂੰ ਕਹਿਣਾ ਵੀ ਤੁਹਾਨੂੰ ਕੱਖ ਨਹੀਂ ਦੇਣਾ, ਤੇ ਫਿਰ ਸਾਡਾ ਹੱਕ ਵੀ ਬਣਦਾ ਕਿ ਅਸੀਂ ਵੀ ਫਿਰ ਇੱਕ ਵਾਰ ਉਹਨਾਂ ਨੂੰ ਆਪਣਾ ਕਹਿ ਲਓ ਕਿ ਵੀ ਰੌਦਰ ਰੂਪ ਵੀ ਦਿਖਾ ਦਈਏ। ਬਿਲਕੁਲ। ਸੋ ਸਰ ਬਿਲਕੁਲ ਇਹ ਕਹਿਣਾ ਚਾਹ ਰਹੇ ਕਿ ਧੱਕਾ ਹੋ ਰਿਹਾ ਹੈ ਤੇ ਬਾਕੀ ਮੁਲਾਜ਼ਮਾਂ ਤੋਂ ਵੱਧ ਇਸ ਵੇਲੇ ਕਾਲਜ ਤੇ ਯੂਨੀਵਰਸਿਟੀ ਟੀਚਰਸ ਨਾਲ ਹੋ ਰਿਹਾ ਹੈ। ਸਰ ਨੇ ਇੱਕ ਜ਼ਿਕਰ ਕੀਤਾ ਸੀਗਾ ਕਿ 1800 ਸਮਥਿੰਗ ਤੋਂ ਸਿਰਫ 300 ਪੱਕੀਆਂ ਭਰਤੀਆਂ ਕੀਤੀਆਂ ਗਈਆਂ, ਬਾਕੀ ਸਾਰੀਆਂ ਜਾਂ ਕੰਟਰੈਕਚੁਅਲ ਜਾਂ ਖਾਲੀ ਪਈਆਂ ਨੇ। ਪੰਜਾਬ ਦੇ ਬਹੁਤ ਐਸੇ ਜਿਹੇ ਕਾਲਜ ਨੇ ਜਿਹੜਾ ਇਹ ਪ੍ਰਿੰਸੀਪਲ ਤੋਂ ਬਗੈਰ ਨੇ, ਜਿਹੜੇ ਇੱਕ ਸਬਜੈਕਟ ਦਾ ਉੱਥੇ ਕੋਈ ਵੀ ਪ੍ਰੋਫੈਸਰ ਨਹੀਂ ਹੈ, ਸੋ ਉਸ ਸਬਜੈਕਟ ਦੀ ਜਾਂ ਤਾਂ ਪੜ੍ਹਾਈ ਹੋ ਹੀ ਨਹੀਂ ਰਹੀ ਹੈ ਜਾਂ ਦੂਸਰੇ ਸਬਜੈਕਟ ਵਾਲੇ ਟੀਚਰਸ ਨੂੰ ਉਹ ਕਈ ਕਾਲਜਾਂ 'ਚ ਮੈਂ ਸੁਣਿਆ ਇਸ ਤਰ੍ਹਾਂ ਪੜ੍ਹਾਈ ਕਰਨੀ ਪੈ ਰਹੀ ਹੈ। ਤੇ ਮੈਮ ਚੰਡੀਗੜ੍ਹ ਦੀ ਕੀ ਸਿਚੁਏਸ਼ਨ ਹੈ? ਬਿਲਕੁਲ ਮਿਲਦੀ ਜੁਲਦੀ ਹੈ ਜੀ। ਜੇ ਤੁਸੀਂ ਗਵਰਨਮੈਂਟ ਕਾਲਜਸ ਨੂੰ ਦੇਖਿਓ, 11 ਸੈਕਟਰ ਕੁੜੀਆਂ ਦਾ ਗਵਰਨਮੈਂਟ ਕਾਲਜ ਹੈ, ਉੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿਆਂਗੀ ਇਹਨਾਂ ਦੇ ਸਪੋਰਟਸ ਦੇ ਕਿੰਨੇ ਕੋਰਸਿਸ ਉੱਥੇ ਰਨ ਹੁੰਦੇ ਆ। ਜਿਹੜਾ ਵਰਕਲੋਡ ਹੈ ਉਹ 25-26 ਟੀਚਰਸ ਦਾ ਹੈ ਤੇ ਇੱਕ ਪਰਮਾਨੈਂਟ ਟੀਚਰ ਹੈ। ਇਹ ਕਿੰਨੇ ਸਾਲਾਂ ਤੋਂ ਇਸ ਤਰ੍ਹਾਂ ਚਲਾ ਰਹੇ ਹੈ। ਕੰਟਰੈਕਚੁਅਲ ਰੱਖ ਲਏ, ਐਡਹੌਕ ਰੱਖ ਲਏ, ਗੈਸਟ ਫੈਕਲਟੀ ਰੱਖ ਲਏ। ਤੁਸੀਂ ਸਮਝ ਸਕਦੇ ਹੋ, ਤੇ ਜੇ ਤੁਸੀਂ ਪਰਮਾਨੈਂਟ ਫੈਕਲਟੀ ਰੱਖ ਨਹੀਂ ਰਹੇ ਤਾਂ ਕਮਿਟਮੈਂਟ ਟੀਚਰ ਵੱਲੋਂ ਕਿੱਥੋਂ ਆਏਗੀ? ਸੋ ਇਹ ਤਾਂ ਬਿਲਕੁਲ ਇਹ ਸਾਰੇ ਕਿਤੇ ਇਕੁਅਲੀ ਖਰਾਬ ਚੱਲ ਰਹੀ ਹਾਲਾਤ, ਔਰ ਇਹਦੇ ਬਾਰੇ ਸੈਂਸਿਟਾਈਜ਼ ਹੋਣ ਦੀ ਜ਼ਰੂਰਤ ਹੈ ਸਾਨੂੰ। ਇਹ ਨਹੀਂ ਹੈ ਕਿ ਅਸੀਂ ਟਾਈਮ ਟਪਾ ਰਹੇ ਹਾਂ ਤੇ ਚਲੋ ਮੌਕਾ ਜਦੋਂ ਆਏਗਾ ਉਦੋਂ ਦੇਖ ਲਾਂਗੇ। ਇਹ ਪ੍ਰੋਬਲਮ ਤਾਂ ਸਾਨੂੰ ਬਿਲਕੁਲ ਦੇ ਆਰ ਲੇਅਰਿੰਗਲੀ ਲੁਕਿੰਗ ਐਟ ਅਸ, ਸਾਡੇ ਤੇ ਬਹੁਤ ਜ਼ਿਆਦਾ ਹੀ ਹਾਵੀ ਹੋ ਰਹੀਆਂ ਇਹ ਚੀਜ਼ਾਂ। ਇੱਥੇ ਮੈਂ ਥੋੜੀ ਗੱਲ ਐਡ ਕਰਨਾ ਚਾਹੂੰਗਾ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਆਪਣੀ ਇੱਕ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਕਿ ਇਹ ਐਜੂਕੇਸ਼ਨ ਹੱਬ ਦੇ ਤੌਰ ਤੇ ਪੰਜਾਬ ਦੀ ਹਰ ਗਲਤ ਪਾਲਿਸੀ ਤੁਹਾਨੂੰ ਫੋਲੋ ਕਰਨ ਦੀ ਲੋੜ ਨਹੀਂ ਹੈ। ਰੀਸੈਂਟਲੀ ਜੇਪੀ ਸਿੰਘ ਦੇ ਕੇਸ ਵਿੱਚ ਜਜਮੈਂਟ ਆਈ ਹੈ, ਐਲਪੀਏ ਦੀ ਜਜਮੈਂਟ, ਡੀਬੀ ਦੀ ਜਜਮੈਂਟ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਇਹ 1391 ਦੇ ਵਿੱਚ ਬਾਰ-ਬਾਰ ਲੈ ਕੇ ਕਰਦੇ ਹੋ, ਇਹ ਕੋਈ ਨਹੀਂ, ਸੈਂਟਰ ਗਵਰਨਮੈਂਟ ਦੇ ਜਿਹੜੇ ਰੈਗੂਲੇਸ਼ਨ ਉਹ ਆ ਚੁੱਕੇ ਤਾਂ ਲਾਗੂ ਹੋਣਗੇ। ਔਰ AICTE ਦੇ ਹਿਸਾਬ ਨਾਲ ਉਹਨੇ ਰਿਟਾਇਰਮੈਂਟ ਏਜ ਪੇਸ਼ ਕੇ ਸਭ ਕੁਝ ਦਿੱਤਾ ਔਰ ਉਹਨਾਂ ਸਾਰਿਆਂ ਦਾ ਓਰੀਜਨਲ ਜਿਹੜਾ UGC ਤੋਂ ਹੁੰਦਾ। ਅਸੀਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਜਜਮੈਂਟ ਨੂੰ ਫਾਈਨਲ ਬਣ ਕੇ ਤੁਸੀਂ ਆਪਣੀ ਕਰੈਕਸ਼ਨ ਕਰ ਲਓ। ਜਿਹੜਾ ਤੁਸੀਂ ਕਹਿੰਦੇ ਕਿ ਚੋਇਸ ਦਿੱਤੀ ਸੀ ਵੀ ਤੁਸੀਂ ਪੰਜਾਬ ਦਾ ਪੇਸ਼ ਕੇ ਲੈਣਾ ਕਿ ਸੈਂਟਰ ਦਾ ਪੇਸ਼ ਕੇ ਲੈਣਾ, ਸਾਡੇ ਕਿਸ ਦਾ ਚੋਇਸ ਬਣਦੀ ਨਹੀਂ, ਸਾਡਾ ਹੈ ਹੀ ਸੈਂਟਰ ਪੇਸ਼ ਕੇ ਜੀ। ਤੇ ਸਾਡੀ ਚੋਇਸ ਤੁਸੀਂ ਆਪਣੇ ਆਪ ਸਾਡੇ ਤੇ ਥੋਪ ਰਹੇ ਹੋ ਕਿ ਤੁਹਾਨੂੰ ਅਸੀਂ ਪੰਜਾਬ ਦੇ ਹਿਸਾਬ ਦੇ ਨਾਲ ਕਰਾਂਗੇ। ਪਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੀ ਮੈਨੂੰ ਲੱਗਦਾ ਕਿ ਜਾਂ ਤਾਂ ਕੋਈ ਪੋਲੀਟੀਕਲ ਕਨਸੀਡਰੇਸ਼ਨ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਬਹੁਤ ਹੈਜ਼ੀਟੇਟ ਕਰ ਰਿਹਾ, ਔਰ ਉਹ ਇਸ ਪ੍ਰੋਸੈਸ ਇਸ ਗੱਲ ਨੂੰ ਭੁੱਲ ਰਹੇ ਆ ਕਿ ਨਾਰਥ ਵਿੱਚ ਚੰਡੀਗੜ੍ਹ ਇੱਕ ਜਿਹੜਾ ਬਹੁਤ ਅੱਛਾ ਐਜੂਕੇਸ਼ਨ ਹੱਬ ਉੱਭਰ ਕੇ ਆ ਸਕਦਾ ਹੈ ਔਰ ਹੈਗਾ ਵੀ ਹੈ, ਉਹ ਹੋਰ ਵੀ ਅੱਛੀ ਪਰਫਾਰਮੈਂਸ ਦੇ ਸਕਦਾ। ਤੁਸੀਂ ਉਸ ਨੂੰ ਰੋਕ ਰਹੇ ਹੋ। ਉੱਥੇ ਆ ਕੇ ਸਾਨੂੰ ਕਈ ਵਾਰ ਲੱਗਦਾ ਕਿ ਸਰਕਾਰਾਂ ਆਪਣਾ ਜੋ ਉਹਨਾਂ ਦਾ ਫਰਜ਼ ਬਣਦਾ, ਚਾਹੇ ਪੰਜਾਬ ਹੋਵੇ ਜਾਂ ਚੰਡੀਗੜ੍ਹ ਹੋਵੇ, ਉਹ ਆਪਣਾ ਰੋਲ ਪਲੇ ਨਹੀਂ ਕਰ ਰਹੀ। ਬਿਲਕੁਲ। ਸੋ ਚੰਡੀਗੜ੍ਹ ਲਈ ਤੁਸੀਂ ਸੋਲੂਸ਼ਨ ਇਹ ਸੁਜੈਸਟ ਕੀਤਾ ਹੈ ਕਿ ਪੰਜਾਬ ਤੋਂ ਹਟ ਕੇ ਸੈਂਟਰ ਦੇ ਹੀ ਪਾਲਿਸੀਜ਼ ਨੂੰ ਫੋਲੋ ਕਰਨਾ ਸ਼ੁਰੂ ਕਰਨ, ਤੇ ਉਹਦੇ ਲਈ ਲੀਗਲ ਰਾਹ ਵੀ ਇਹਨਾਂ ਕੋਲ ਹੈਗੇ ਆ ਜੋ ਹੁਣ ਤੱਕ ਤੁਸੀਂ ਕਹਿ ਰਹੇ ਹੋ ਨਹੀਂ ਕੀਤਾ ਗਿਆ। ਲੇਕਿਨ ਫਿਰ ਪੰਜਾਬ ਦੀ ਗੱਲ ਆ ਜਾਂਦੀ, ਪੰਜਾਬ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। ਸੋ ਆਪਾਂ ਜੇ ਇਸੇ ਤਰ੍ਹਾਂ ਸੋਲੂਸ਼ਨਸ ਵਾਲੀ ਗੱਲ ਨੂੰ ਹੀ ਕੰਟੀਨਿਊ ਕਰੀਏ ਤਾਂ ਸਰ ਕੀ ਲੱਗਦਾ ਹੈ ਕਿ 2-3 ਅਸੀਂ ਬਹੁਤ ਇੰਪੋਰਟੈਂਟ ਮੁੱਦੇ ਦੱਸੇ ਨੇ, ਚਾਹੇ ਉਹ ਟੀਚਰਾਂ ਦੀ ਪੇ ਨੂੰ ਲੈ ਕੇ ਹੋਵੇ, ਚਾਹੇ ਅਸਾਮੀਆਂ ਭਰਨ ਦੀ ਹੋਵੇ, ਜਾਂ ਫਿਰ ਚਾਹੇ ਆਪਾਂ ਜਿਹੜੇ ਪ੍ਰੋਬੇਸ਼ਨ ਪੀਰੀਅਡ ਦੀ ਗੱਲ ਕੀਤੀ, ਇਹਨਾਂ ਦੇ ਤੁਹਾਡੇ ਹਿਸਾਬ ਨਾਲ ਇਸ ਤਰ੍ਹਾਂ ਦੇ ਕੀ ਹੱਲ ਹੋ ਸਕਦੇ ਨੇ? ਜਿਵੇਂ ਤੁਸੀਂ ਚੰਡੀਗੜ੍ਹ ਲਈ ਬਹੁਤ ਅੱਛਾ ਹੱਲ ਦਿੱਤਾ ਇੱਕ। ਪੰਜਾਬ ਦੇ ਵਿੱਚ ਨਾ ਇੱਕ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਕਿ ਬਿਊਰੋਕਰੇਟਸ ਤੇ ਪੋਲੀਟੀਸ਼ੀਅਨ ਮੈਨੂੰ ਲੱਗਦਾ ਹੁੰਦਾ ਕਿ ਬਈ ਤੁਰੇ ਜਾਂਦੇ ਫੈਸਲਾ ਕਰ ਦਿੰਦੇ ਵੀ ਆਪਾਂ 18 ਕਾਲਜ ਖੋਲ੍ਹ ਦਿੰਦੇ। ਮੈਂ ਉਹਨੂੰ ਚੈਲੰਜ ਕਰਕੇ ਕਹਿੰਦਾ 18 ਤੋਂ ਇੱਕ ਵੀ ਕਾਲਜ ਚੱਲਣ ਵਾਲਾ ਨਹੀਂ। ਤੁਸੀਂ ਕਰੋੜਾਂ ਰੁਪਈਆ ਉੱਥੇ ਕਰ ਦੋਗੇ, ਉਹ ਚੱਲੇਗਾ ਨਹੀਂ। ਜਦੋਂ ਤੁਹਾਡੇ ਐਗਜ਼ਿਸਟਿੰਗ ਕਾਲਜ ਚੱਲ ਨਹੀਂ ਰਹੇ ਤਾਂ ਤੁਸੀਂ 18 ਕਿਉਂ ਖੋਲ੍ਹ ਰਹੇ ਹੋ? ਤੁਹਾਡੇ ਐਗਜ਼ਿਸਟਿੰਗ ਗ੍ਰਾਂਟਡ ਇੰਸਟੀਟਿਊਸ਼ਨ ਤੁਸੀਂ ਤਨਖਾਹ ਨਹੀਂ ਦੇ ਪਾ ਰਹੇ ਤਾਂ ਨਵੇਂ ਦੀ ਕਿਉਂ ਕਰ ਰਹੇ? ਤੁਸੀਂ ਉਹ ਮਾਡਲ ਕੱਢੋ ਜਿਹੜਾ ਤੁਹਾਡੇ ਫਾਈਨਾਂਸ ਦੇ ਹਿਸਾਬ ਦੇ ਨਾਲ ਸਟੇਟ ਦੇ ਸਟੂਡੈਂਟਸ ਨੂੰ ਸਰਵਿਸ ਦੇ ਸਕੇ। ਉੱਥੇ ਤੁਸੀਂ ਗ੍ਰਾਂਟ 95 ਤੋਂ 75 ਕਰਤੀ, ਦੂਜੇ ਪਾਸੇ 18 ਕਾਲਜ ਖੋਲ੍ਹਤੇ, ਨਾ ਉਹ ਕਾਲਜ ਚੱਲਣ ਨਾ ਉਹ ਕਾਲਜ ਚੱਲਣ। ਬਈ ਦੋਨੇ ਪਾਸੇ ਤੁਸੀਂ ਅੱਗ ਲਗਾ ਕੇ ਤਮਾਸ਼ਾ ਦੇਖ ਰਹੇ ਆ ਕਿ ਨਾ ਤਾਂ ਗਵਰਨਮੈਂਟ ਕਾਲਜ ਚੱਲਣ, ਨਾ ਏਡਡ ਕਾਲਜ ਚੱਲਣ, ਨਾ ਪ੍ਰਾਈਵੇਟ ਕਾਲਜ ਚੱਲਣ। ਫਿਰ ਉੱਥੇ ਆ ਕੇ ਸਾਨੂੰ ਸ਼ੱਕ ਪੈਂਦਾ ਵੀ ਇਹ ਸਿਰਫ ਪ੍ਰਾਈਵੇਟ ਯੂਨੀਵਰਸਿਟੀਆਂ ਨਹੀਂ ਚਲਾਉਣਾ ਚਾਹੁੰਦੇ ਨੇ, ਜਿਹੜਾ ਪੂਰੇ ਪਬਲਿਕ ਫੰਡਡ ਐਜੂਕੇਸ਼ਨ ਸਿਸਟਮ ਨੂੰ ਖਰਾਬ ਕਰ ਸਕਦਾ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਸਰਵੇ ਨਹੀਂ ਕੀਤਾ ਇਹਨਾਂ ਨੇ। ਯੂਨੀਵਰਸਿਟੀਆਂ ਗਵਰਨਮੈਂਟ ਦੇ ਪ੍ਰੈਸ਼ਰ ਵਿੱਚ ਉਹਨਾਂ ਨੂੰ ਐਫੀਲੀਏਸ਼ਨ ਦੇ ਦਿੰਦੀਆਂ। ਮੈਂ ਇਹਨਾਂ ਨੂੰ ਚੈਲੰਜ ਕਰਦਾ ਕਿ ਮੈਨੂੰ ਇੱਕ ਕਮੇਟੀ ਬਿਠਾ ਦਿਓ, ਮੈਂ ਸਾਬਤ ਕਰ ਦਊਂਗਾ ਇਹਨਾਂ 'ਚ ਇੱਕ ਵੀ ਐਫੀਲੀਏਸ਼ਨ ਦੇ ਲਾਇਕ ਨਹੀਂ ਹੈ। ਉਹ ਅਲਟੀਮੇਟਲੀ ਧੋਖਾ ਕਿਹਦੇ ਨਾਲ ਹੈ? ਜਿਹੜਾ ਐਂਡ ਯੂਜ਼ਰ ਹੈ, ਔਰ ਐਂਡ ਯੂਜ਼ਰ ਸਟੂਡੈਂਟ ਹੈ, ਸਾਡੀ ਨਵੀਂ ਜਨਰੇਸ਼ਨ ਹੈ। ਮੈਂ ਕਈ ਮੰਤਰੀਆਂ ਨੂੰ ਕਹਿ ਚੁੱਕਾ ਵੀ ਤੁਸੀਂ 70 ਤੋਂ ਉੱਪਰ ਹੋ ਗਏ,
ਇਸ ਉਮਰ ਦੇ ਵਿੱਚ ਆਖਦਾ ਘੱਟੋ ਘੱਟ ਅਗਲੀ ਜਨਰੇਸ਼ਨ ਲਈ ਸੋਚ ਲਓ, ਆਪਣੀ ਕੁਰਸੀ ਦੇ ਸੋਚੋ। ਸਿੱਧੀ ਗੱਲ ਕਹਿ ਦਈਦੀ ਹੈ, ਮੁਸਕਰਾ ਦਿੰਦੇ ਨੇ। ਸ਼ਾਇਦ ਮੇਰੇ ਵੀ, ਕਿਉਂਕਿ ਉਮਰ 65 ਹੋ ਗਈ ਹੈ, ਮੇਰੀ ਗੱਲ ਨੂੰ ਬੁਰਾ ਵੀ ਨਹੀਂ ਮੰਨਦੇ। ਪਰ ਸੱਚ ਇਹ ਹੈ ਕਿ ਪੰਜਾਬ ਦੀ ਨੌਜਵਾਨੀ ਨਾਲ ਜੋ ਸਾਨੂੰ ਘਾਣ ਹੁੰਦਾ ਪਿੱਛੇ ਨਜ਼ਰ ਆਇਆ ਹਾਇਰ ਐਜੂਕੇਸ਼ਨ ਦੇ ਵਿੱਚ, ਉਹਦੇ ਲਈ ਸਰਕਾਰਾਂ ਜ਼ਿੰਮੇਦਾਰ ਹੈ। ਔਰ ਅੱਜ ਦੀ ਤਰੀਕ ਮੈਂ ਕਹਿ ਸਕਦਾ ਹਜੇ ਸਾਨੂੰ ਕੋਈ ਕਰੈਕਟਿਵ ਸਟੈਪ ਨਜ਼ਰ ਨਹੀਂ ਆ ਰਿਹਾ। ਬਿਲਕੁਲ ਬੜੀ ਇੰਪੋਰਟੈਂਟ ਗੱਲ ਹੈ ਕਿ ਹਾਇਰ ਐਜੂਕੇਸ਼ਨ ਜਿਵੇਂ ਜਿਵੇਂ ਅਸੀਂ ਇਨਰੋਲਮੈਂਟ ਦੇਖਦੇ ਹਾਂ ਸਕੂਲਾਂ ਤੋਂ ਬਾਅਦ ਡ੍ਰੌਪ ਆਊਟ ਰੇਟ ਵੱਧਦਾ ਰਹਿੰਦਾ ਹੈ। ਹਾਇਰ ਐਜੂਕੇਸ਼ਨ ਵੱਲ ਬਹੁਤ ਘੱਟ ਬੱਚੇ ਜਾਂਦੇ ਆ। ਫੀਸਾਂ ਇੱਕ ਬਹੁਤ ਇੰਪੋਰਟੈਂਟ ਕਾਰਨ ਹੋ ਸਕਦਾ ਹੈ। ਤੇ ਅਸੀਂ ਸਭ ਇਹ ਜਾਣਦੇ ਹਾਂ ਕਿ ਪ੍ਰਾਈਵੇਟ ਤੇ ਪਬਲਿਕ ਜਿਹੜੀ ਐਜੂਕੇਸ਼ਨ ਹੈ ਉਹਦੇ ਵਿੱਚ ਫੀਸ ਦਾ ਜਿਹੜਾ ਫਰਕ ਹੈ ਉਹ ਜ਼ਮੀਨ ਆਸਮਾਨ ਦਾ ਫਰਕ ਹੈ। ਸੋ ਜੇ ਅਸੀਂ ਇਸੇ ਤਰ੍ਹਾਂ ਪ੍ਰਾਈਵੇਟ ਯੂਨੀਵਰਸਿਟੀਜ਼ ਨੂੰ ਪੁਸ਼ ਕਰਦੇ ਗਏ ਕਿ ਐਜੂਕੇਸ਼ਨ ਜਿਹੜੀ ਉਹ ਸਿਰਫ ਇੱਕ ਤਰ੍ਹਾਂ ਦੇ ਲੋਕਾਂ ਲਈ, ਇੱਕ ਐਲੀਟ ਲਈ ਰਹਿ ਜਾਏਗੀ ਜਿਹੜੀ ਉਹ ਫੀਸ ਅਫੋਰਡ ਕਰ ਪਾਏਗਾ, ਬਾਕੀ ਜਿਹੜਾ ਆਮ ਨੌਜਵਾਨ ਹੈ ਪੰਜਾਬ ਦਾ ਕੀ ਉਹ ਇਹੀ ਕਰਦਾ ਰਹੇਗਾ ਕਿ ਜ਼ਮੀਨਾਂ ਵੇਚ ਵਟ ਕੇ ਬਾਹਰ ਕੈਨੇਡਾ ਹੀ ਜਾਂਦਾ ਰਹੇਗਾ? ਕੀ ਉਹਨੂੰ ਪੰਜਾਬ ਦੇ ਫਿਊਚਰ ਲਈ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ? ਮੈਮ ਕੀ ਲੱਗਦਾ, ਉਮੀਦ ਹੈ ਕਿ ਨਹੀਂ ਹੈ? ਦੇਖੋ, ਇਹ ਤਾਂ ਪੋਲੀਟੀਕਲ ਵਿਲ ਵਾਲੀ ਗੱਲ ਹੈ। ਜੇ ਸਰਕਾਰ ਚਾਹੇ ਆਪਣੇ ਰੂਲਸ ਨੂੰ ਕਰੈਕਟ ਕਰਕੇ ਬਹੁਤ ਕੁਝ ਕੀਤਾ ਜਾ ਸਕਦਾ ਇਹਦੇ ਵਿੱਚ। ਸਿੱਧਾ ਪਹਿਲਾਂ ਤਾਂ ਤੁਸੀਂ UGC ਦੀਆਂ ਰੈਗੂਲੇਸ਼ਨਸ ਮੰਨੋ, ਉਹਦੇ 'ਚ ਬਹੁਤ ਕੁਝ ਸੁਧਾਰ ਹੋ ਜਾਣ। ਤੇ ਜੇ ਆਪਾਂ ਆਪਣੀ ਰੋਜ਼ ਮਨਮਾਨੀਆਂ ਜਿਹੜੀਆਂ ਆਪਣੀਆਂ ਨਵੀਆਂ ਪਾਲਿਸੀਜ਼ ਨਾ ਬਣਾਈਏ, ਜਿਵੇਂ ਸਰ ਨੇ ਕਿਹਾ ਰੈਂਡਮ ਕੁਝ ਵੀ ਅਨਾਉਂਸ ਕਰ ਦਿੰਦੇ ਆ, ਉਹਨੂੰ ਇੰਪਲੀਮੈਂਟ ਕਰ ਦਿੰਦੇ ਆ, ਜਿਹੜੇ ਵਿਚ ਆਰ ਵੈਰੀ ਡੈਰੋਗੇਟਰੀ, ਬੜੀਆਂ ਹੀ ਨੈਗੇਟਿਵ ਚੀਜ਼ਾਂ ਕਰਦੇ ਆ। ਦੂਜੀ ਗੱਲ ਜਿਹੜੀ ਆਪਾਂ ਹੁਣੇ ਚੰਡੀਗੜ੍ਹ ਦੀ ਵੀ ਕਰ ਰਹੇ ਸੀਗੇ, ਚੰਡੀਗੜ੍ਹ ਦੇ ਕਾਲਜਸ ਯੂਨੀਵਰਸਿਟੀ ਨੇ ਬੜੀ ਵਾਰੀ ਡਿਮਾਂਡ ਕੀਤੀ ਹੈ ਕਿ ਚੰਡੀਗੜ੍ਹ ਦੀ ਹਾਇਰ ਐਜੂਕੇਸ਼ਨ ਨੂੰ ਤੁਸੀਂ ਪੰਜਾਬ ਸਟੇਟ ਤੋਂ ਅਲੱਗ ਕਰ ਦਿਓ, ਕਿਉਂਕਿ ਅਸੀਂ ਡਾਇਰੈਕਟਲੀ UGC ਦੇ ਰੈਗੂਲੇਸ਼ਨਸ ਦੇ ਅੰਡਰ ਆਉਂਦੇ ਹਾਂ। ਪੰਜਾਬ ਵੀ ਆਉਂਦਾ ਹੈ, ਪੰਜਾਬ ਜਦੋਂ ਅਡਾਪਟ ਕਰੇ ਨਾ ਕਰੇ, ਅਸੀਂ ਵੀ ਕੈਨ ਬੀ ਇੰਡੀਪੈਂਡੈਂਟਲੀ ਡਾਇਰੈਕਟਲੀ ਅੰਡਰ UGC ਰੈਗੂਲੇਸ਼ਨਸ, ਜਿਹਦੇ ਨਾਲ ਚੰਡੀਗੜ੍ਹ 'ਚ ਸਿੱਖਿਆ ਦਾ ਬਚਾਅ ਹੋ ਸਕਦਾ ਹੈ, ਹਾਇਰ ਐਜੂਕੇਸ਼ਨ ਦਾ ਬਚਾਅ ਹੋ ਸਕਦਾ ਹੈ, ਜਿਹੜਾ ਕਿ ਪੰਜਾਬ ਸਰਕਾਰ ਅੱਜ ਦੇ ਦਿਨ 'ਚ ਸ਼ਾਇਦ ਉਹਨਾਂ ਦੀ ਕੋਈ ਇਨਕਲੀਨੇਸ਼ਨ ਨਹੀਂ ਹੈ। ਜਿਵੇਂ ਤੁਸੀਂ ਕਿਹਾ ਸੁਝਾਅ ਵਾਲੀ ਗੱਲ, ਸਿੱਧਾ ਜੋ ਪ੍ਰੋਵੀਜ਼ਨਸ ਦਿੱਤੀਆਂ ਗਈਆਂ UGC ਦੇ ਰੈਗੂਲੇਸ਼ਨਸ ਦੇ ਅੰਡਰ, ਪਹਿਲਾਂ ਤਾਂ ਉਹਨਾਂ ਨੂੰ ਅਡਾਪਟ ਕਰੋ। ਦੂਜਾ, ਬੀ ਸੈਂਸਿਟਿਵ ਟੂਵਰਡਸ ਸਟੂਡੈਂਟ। ਤੁਸੀਂ ਆਪਣੀ ਯੂਥ ਦੇ ਬਾਰੇ ਥੋੜ੍ਹੇ ਜਿਹੇ ਸੰਜੀਦਾ ਹੋ ਜਾਓ ਵੀ ਇਹਨਾਂ ਨੂੰ ਸਾਡੀ ਡਿਊਟੀ ਬਣਦੀ ਹੈ, ਅਸੀਂ ਇਹਨਾਂ ਨੂੰ ਠੀਕ ਕੁਆਲਿਟੀ ਐਜੂਕੇਸ਼ਨ ਇੱਕ ਤਾਂ ਪ੍ਰੋਵਾਈਡ ਕਰੀਏ, ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਇੰਪਲੋਇਮੈਂਟ ਓਪਰਚੁਨਿਟੀਜ਼ ਦਈਏ। ਬੱਚੇ ਨੂੰ ਪੜ੍ਹਾ ਕੇ ਤੁਸੀਂ PhD ਕਰਾ ਕੇ ਉਸ ਤੋਂ ਬਾਅਦ ਤੁਸੀਂ ਕਹੋਗੇ ਕਿ 1500-600 ਤੇ ਆ ਜਾ 3 ਸਾਲ ਲਈ, ਇਹ ਕਿਸ ਤਰ੍ਹਾਂ ਦੀਆਂ ਓਪਰਚੁਨਿਟੀਜ਼ ਅਸੀਂ ਪ੍ਰੋਵਾਈਡ ਕਰ ਰਹੇ ਹਾਂ? ਸੋ ਇਹ ਰੂਲਸ ਸਾਰੇ ਜਿਹੜੇ ਨਾ, ਥੀਸ ਆਲ ਆਰ ਇੰਟੀਗ੍ਰੇਟਿਡ। ਬਿਲਕੁਲ। ਸੋ ਇਹ ਪਾਲਿਸੀਜ਼ ਨੂੰ ਹੋਲਿਸਟਿਕਲੀ ਦੇਖ ਕੇ ਔਰ ਜਗ੍ਹਾ ਰੈਂਡਮ ਡਿਸੀਜਨਸ ਲੈਣੇ ਜਿਹੜੇ ਆ ਬਿਲਕੁਲ ਗਲਤ ਚੀਜ਼ ਹੈ, ਉਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਔਰ ਉਹਦੇ ਬਾਰੇ ਇੱਕ ਸੈਂਸਿਟਿਵਿਟੀ ਰੱਖਣੀ ਬਹੁਤ ਜ਼ਰੂਰੀ ਹੈ। ਬਿਲਕੁਲ। ਸੋ ਸਮੱਸਿਆਵਾਂ ਬਹੁਤ ਸਾਰੀਆਂ ਨੇ ਤੇ ਗੁੰਝਲਦਾਰ ਲੱਗਦੀਆਂ ਨੇ, ਪਰ ਜਿਵੇਂ ਅਸੀਂ ਅੱਜ ਦੀ ਗੱਲਬਾਤ 'ਚ ਦੇਖਿਆ ਸ਼ਾਇਦ ਇਹਨਾਂ ਦੇ ਹੱਲ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਹੈ। UGC ਨੂੰ ਫੋਲੋ ਹੀ ਜੇ ਆਪਾਂ ਕਰਨ ਲੱਗ ਜਾਈਏ ਉਹ ਇੱਕ ਬਹੁਤ ਅੱਛਾ ਸਟਾਰਟਿੰਗ ਪੁਆਇੰਟ ਹੋਏਗਾ। ਸਰ, ਤੁਹਾਡੇ ਹਿਸਾਬ ਨਾਲ ਚਾਹੇ ਕੋਈ ਹੋਰ ਸਟੇਟ ਦੀ ਜਾਂ ਜੇ ਬਾਹਰ ਦੀ ਯੂਨੀਵਰਸਿਟੀਜ਼ ਨਾਲ ਗੱਲ ਕਰੀਏ, ਕੰਪੈਰੀਜ਼ਨ ਕਰੀਏ, ਤੁਹਾਨੂੰ ਕੀ ਲੱਗਦਾ ਵੀ ਆਪਾਂ ਇਹਨੂੰ ਇੱਕ ਜੇ ਮਾਡਲ ਬਣਾ ਕੇ ਚੱਲੀਏ, ਇਸ ਤਰ੍ਹਾਂ ਦੀ ਆਪਾਂ ਜੇ ਪਾਲਿਸੀਜ਼ ਲਿਆਈਏ ਤਾਂ ਫਿਊਚਰ 'ਚ ਤੁਹਾਨੂੰ ਕੀ ਲੱਗਦਾ ਬੈਟਰ ਹੋਏਗਾ? ਮੈਂ ਪੰਜਾਬ ਦੀ ਇਹ ਤੁਹਾਨੂੰ ਕੁਝ ਉੱਦਾਂ ਦੀ ਗੱਲ ਦੱਸਣੀ ਚਾਹੁੰਦਾ ਜਿਹੜੀ ਸ਼ਾਇਦ ਕਿਸੇ ਦਾ ਨੋਟਿਸ ਨਹੀਂ ਹੈ। ਪੰਜਾਬ ਦੇ ਵਿੱਚ ਹਾਇਰ ਐਜੂਕੇਸ਼ਨ ਦੇ ਖਾਸ ਕਰਕੇ ਕਾਲਜ ਐਜੂਕੇਸ਼ਨ ਦੀ ਬੜੀ ਅੱਛੀ ਡਿਵੈਲਪਮੈਂਟ 1960 ਦੇ ਐਂਡ ਵਿੱਚ ਹੋਈ। ਗੁਰੂ ਨਾਨਕ ਦੇ ਗੁਰਪੁਰਬ ਨਾਲ ਜੁੜ ਕੇ ਬਹੁਤ ਜਗ੍ਹਾ ਕਾਲਜ ਖੁੱਲ੍ਹੇ ਔਰ 50-50 60 ਸਾਲ ਅੱਛਾ ਪਰਫਾਰਮ ਕੀਤਾ। ਉਹਨਾਂ 'ਚੋਂ ਇਸ ਮੌਕੇ 3 ਕਾਲਜ ਹੈ ਜਿਹੜੇ ਮਤਾ ਪਾਈ ਬੈਠੇ ਨੇ ਅਸੀਂ ਕਾਲਜ ਬੰਦ ਕਰਨਾ। ਅੱਛਾ। ਕੁਛ ਇੱਦਾਂ ਦੇ ਕਾਲਜ ਨੇ ਜਿਨ੍ਹਾਂ ਤੇ 3rd ਜਨਰੇਸ਼ਨ ਦਾ ਪ੍ਰਾਪਰਟੀ ਤੇ ਨਜ਼ਰ ਹੈ, ਉਹ ਸੇਵਾ ਕਰਨਾ ਹੀ ਨਹੀਂ ਚਾਹੁੰਦੇ ਜੀ, ਤੇ ਸਰਕਾਰ ਕੋਲ ਕੋਈ ਕਾਨੂੰਨ ਹੀ ਨਹੀਂ ਕਿਸ ਨੂੰ ਰੋਕ ਸਕਣ। ਸਾਨੂੰ ਸਰਕਾਰ ਨੂੰ ਦੱਸਣਾ ਪੈ ਰਿਹਾ ਵੀ, ਮੈਂ ਉਸ ਦਿਨ ਆਪਣੇ ਮਿਨਿਸਟਰ ਸਾਹਿਬ ਮੀਟਿੰਗ ਕਿਹਾ ਕਿ ਸ਼ੁੱਡ ਸਟੇਟ ਐਵਰ ਬੀ ਸੋ ਹੈਲਪਲੈਸ that they find something going wrong in the system and they are not able to intervene? I hope they do take some steps to intervene. ਸੁਜੈਸਟ ਵੀ ਕੀਤੇ ਆ ਉਹਨਾਂ ਨੂੰ, ਸੁਜੈਸਟ ਬੜੀ ਚੰਗੀ ਤਰ੍ਹਾਂ ਕੁਛ ਗੱਲਾਂ 'ਤੇ ਕਿਹਾ। ਅਸੀਂ ਉਹਨੂੰ ਕਿਹਾ ਥੋੜ੍ਹਾ ਨੈਸ਼ਨਲ ਇਨਕਲੂਸਿਵ ਏਜੰਡਾ, ਦਲਿਤ ਬੱਚਿਆਂ ਦੀ ਐਜੂਕੇਸ਼ਨ ਹੈ, ਐਜੂਕੇਸ਼ਨ ਦੇ ਥਰੂ ਤੁਸੀਂ ਅਪਵਰਡ ਸੋਸ਼ਲ ਇਕਨੋਮਿਕ ਮੋਬਿਲਿਟੀ ਇੰਸ਼ੋਰ ਕਰਨੀ ਹੈ। ਸਾਡੇ ਤੋਂ ਜ਼ਿਆਦਾ ਉਸ ਸਿਸਟਮ ਦੇ ਮੂਵ ਅਪ ਕੀਤੇ ਆ। ਇਹ ਪਿੱਛੇ ਜਿਹੜੇ ਰਹਿ ਗਏ ਅਸੀਂ ਉਹਨਾਂ ਨੂੰ ਪਿੱਛੇ ਛੱਡਣਾ। ਅਤੇ ਜਿੱਦਾਂ ਤੁਸੀਂ ਗੱਲ ਕਹੀ ਹੈ ਕਿ ਪ੍ਰਾਈਵੇਟ ਯੂਨੀਵਰਸਿਟੀ ਇੱਕ ਲੀਡ ਸੈਕਸ਼ਨ ਹੈ, ਇਹ ਤੁਸੀਂ ਮੁੜ ਕੇ ਉਹ ਜਿਹੜੀਆਂ ਮੈਕਾਲੇ ਦੀਆਂ ਪਾਲਿਸੀਜ਼ ਹੈ ਕਿ ਇਹਨਾਂ ਨੂੰ ਅਸੀਂ ਪੜ੍ਹਾਉਣਾ, ਇਹਨਾਂ ਨੂੰ ਨਹੀਂ ਪੜ੍ਹਾਉਣਾ, ਅਤੇ ਫਿਰ ਤੁਸੀਂ ਇਹ ਕਿੱਦਾਂ ਕਹਿ ਸਕਦੇ ਆ ਕਿ ਤੁਸੀਂ ਵੈਲਫੇਅਰ ਸਟੇਟ। ਸਾਡੇ ਅੱਗੇ ਸਵਾਲ ਇੱਦਾਂ ਦੇ ਖੜ੍ਹੇ ਆ। ਅਸੀਂ ਆਪਣੇ ਬੱਚਿਆਂ ਨਾਲ ਵੀ ਗੱਲ ਕਰਦੇ ਹਾਂ, ਉਹਨਾਂ ਨੂੰ ਵੀ ਕਹਿੰਦੇ ਵੀ ਸਾਡੇ ਲਈ ਪਰੇਸ਼ਾਨੀ ਹੈ, ਤੁਹਾਡੇ ਲਈ ਪਰੇਸ਼ਾਨੀ ਹੈ। ਬੱਚੇ ਸਾਡੇ ਨਾਲ ਕਈ ਵਾਰ ਬੜੇ ਖੁੱਲ੍ਹ ਕੇ ਡਿਸਕਸ਼ਨ ਕਰਦੇ ਆ। ਮੇਰੇ ਕੋਲ ਤਾਂ ਕਈ ਖਾਸ ਕਰਕੇ ਕਈ ਵਾਰ ਦੂਜੀ ਯੂਨੀਵਰਸਿਟੀ ਦੇ ਰਿਸਰਚ ਫੈਲੋਜ਼ ਦੀ ਵੀ ਫੋਨ ਆ ਜਾਂਦੇ ਕਿ ਸਰ ਅਸੀਂ ਕੀ ਕਰੀਏ।
ਔਰ ਮੈਨੂੰ ਇਹ ਕੋਈ ਹੈਜੀਟੇਸ਼ਨ ਨਹੀਂ ਐਡਮਿਟ ਕਰਦੀ ਕਿ ਹੁਣ ਤੱਕ ਮੈਂ 12 ਬੱਚਿਆਂ ਦੀ PhD ਕਰਨੀ ਛੁਡਾ ਚੁੱਕਾ ਵੀ ਤੁਸੀਂ ਫਸ ਜਾਓਗੇ ਜਿਸ ਸਬਜੈਕਟ ਹੈਗੇ ਇੱਥੇ ਤੁਹਾਨੂੰ ਕੁਝ ਨਹੀਂ ਮਿਲਣਾ ਜ਼ਿੰਦਗੀ ਦੇ ਸਾਲ ਖਰਾਬ ਨਾ ਕਰੋ ਮੈਰਿਜ ਵੇਲੇ ਜਾਂ ਸ਼ਾਦੀ ਹੋ ਗਈ ਆਪਣਾ ਕੁਝ ਹੋਰ ਕਰੋ ਇਹ ਹਾਲਾਤ ਬਣੇ ਹੋਏ ਨੇ ਪਰ ਇਹ 'ਚ ਕਰੈਕਸ਼ਨ ਹੋ ਸਕਦੀ ਹੈ ਸਰਕਾਰ ਸਾਡੇ ਨਾਲ ਬੈਠ ਕੇ ਗੱਲ ਕਰ ਲੈ ਯਾਨੀ ਕਿ ਟੀਚਰ ਨਾਲ ਬੈਠ ਕੇ ਗੱਲ ਕਰ ਲੈ ਇਹਨਾਂ ਨੂੰ ਇਨਪੁਟ ਮਿਲ ਜਾਣਗੇ ਪਰ ਜੇ ਉਹਨੇ ਦਫ਼ਤਰ ਦੇ ਅਸਿਸਟੈਂਟ ਤੋਂ ਇਨਫੋਰਮੇਸ਼ਨ ਲੈ ਕੇ ਉਹ 'ਤੇ ਫੈਸਲਾ ਕਰਨਾ ਔਰ ਉਹੀ ਨੋਟ ਜਾ ਕੇ ਸੀਐਮ ਦੇ ਲੈਵਲ ਤੱਕ ਸਾਈਨ ਹੋ ਕੇ ਪਾਲਿਸੀ ਬਣ ਜਾਣਾ ਫਿਰ ਮੇਰਾ ਖਿਆਲ ਹੈ ਕਿ ਵੀ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਬਿਲਕੁਲ ਸਹੀ ਗੱਲ ਹੈ ਮੇਰਾ ਤੁਹਾਡੇ ਦੋਨਾਂ ਲਈ ਆਖਰੀ ਸਵਾਲ ਤੁਸੀਂ ਦੋਨੋਂ ਹੀ ਇਹ ਮੈਨੂੰ ਦੱਸਣਾ ਕਿ ਜਿੰਨੀਆਂ ਤੁਹਾਡੀਆਂ ਬਾਡੀਜ਼ ਨੇ ਚਾਹੇ ਆ ਪੰਜਾਬ ਲੈਵਲ ਦੀਆਂ ਚੰਡੀਗੜ੍ਹ ਲੈਵਲ ਦੀਆਂ ਹੋਣ ਜਾਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਲੈਵਲ ਦੀਆਂ ਕਿ ਸਰ ਦੂਜੀ ਵਾਰ ਹੁਣ ਸੈਨੇਟ ਮੈਂਬਰ ਬਣੇ ਨੇ ਸੋ ਜਿਹੜੀਆਂ ਇਹ ਬਾਡੀਜ਼ ਹੁੰਦੀਆਂ ਨੇ ਚਾਹੇ ਯੂਨੀਵਰਸਿਟੀ ਦੇ ਕਾਲਜ ਦੇ ਵਿੱਚ ਦੀਆਂ ਜਾਂ ਓਵਰਆਲ ਬਾਡੀਜ਼ ਹੁੰਦੀਆਂ ਨੇ ਇਹਨਾਂ ਦੀ ਫੰਕਸ਼ਨਿੰਗ ਇਹਨਾਂ ਦੇ ਜਿਹੜੀ ਐਜੀਟੇਸ਼ਨਸ ਨੇ ਜੋ ਤੁਸੀਂ ਮੁੱਦੇ ਚੱਕ ਰਹੇ ਹੋ ਇਹ ਕਿੰਨੀਆਂ ਜ਼ਰੂਰੀ ਹੈ ਤੇ ਇਹਨਾਂ ਨਾਲ ਕਿੰਨਾ ਹੁਣ ਤੱਕ ਇੰਪੈਕਟ ਆਇਆ ਹੁਣ ਤੱਕ ਦਾ ਇੰਪੈਕਟ ਮੈਂ ਕਹਾਂਗਾ ਕਿ ਮੈਂ 4 ਪੇ ਸਕੇਲ ਦੀ ਡਿਵੀਜ਼ਨ ਦੇਖੀ ਹੈ ਜਿਸ ਵਿੱਚ ਮੈਂ ਕਲੋਜ਼ਲੀ ਐਸੋਸੀਏਟਡ ਸੀ ਗਵਰਨਮੈਂਟ ਆਫ ਇੰਡੀਆ ਨਾਲ ਵੀ ਇੱਥੇ ਵੀ 7th ਪੇ ਕਮਿਸ਼ਨ ਵਿੱਚ ਵੀ ਜਿਹੜੀ ਪੇ ਰਿਵਿਊ ਕਮੇਟੀ ਸੀ ਉਹਦੇ ਨਾਲ ਆਲ ਇੰਡੀਆ ਬਾਡੀ ਦੇ ਵਿਆਪ ਤੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਮੈਂ ਹੀ ਪ੍ਰੈਜੈਂਟੇਸ਼ਨ ਕੀਤੀ ਸੀ ਮੈਂ ਇਹ ਕਹਿ ਸਕਦਾ ਕਿ ਪੰਜਾਬ ਦੇ ਇਸ ਵਾਰ ਹਾਲਾਤ ਜਿਹੜੇ ਹੈ ਇਦੋਂ ਮਾੜੇ ਹਾਲਾਤ ਮੈਂ ਨਹੀਂ ਦੇਖੇ ਮੈਂ ਕਦੀ ਵੀ ਨਹੀਂ ਦੇਖੇ ਕਿ ਸਰਕਾਰਾਂ ਇੰਨੀਆਂ ਇਨਸੈਂਸਿਟਿਵ ਤਰੀਕੇ ਦੇ ਨਾਲ ਬਿਹੇਵ ਕਰ ਰਹੀਆਂ ਹੋਣ ਪ੍ਰਗਟ ਸਿੰਘ ਉਹਨਾਂ ਦੀ ਮੀਟਿੰਗ ਨਾਲ ਮੈਨੂੰ ਉਮੀਦ ਬਣੀ ਸਭ ਨੂੰ ਉਮੀਦ ਬਣੀ ਕਿ ਉਹਨਾਂ ਨੇ ਇੱਕ ਸਵੇਰ ਤਰੀਕੇ ਨਾਲ ਕਿਹਾ ਕਿ ਆਈ ਐਗਰੀ ਇਨ ਪ੍ਰਿੰਸੀਪਲ ਹੋਣਾ ਚਾਹੀਦਾ ਪਰ 15 ਦਿਨ ਵਿੱਚੋਂ ਕੁਝ ਹੋਇਆ ਨਹੀਂ ਉਹ ਫਾਈਨਾਂਸ ਵਿੱਚ ਕਿਉਂ ਅਟਕਿਆ ਹੋਇਆ ਸੀਐਮ ਨਹੀਂ ਸਿਗਨਲ ਦੇ ਰਿਹਾ ਕਿ ਫਾਈਨਾਂਸ ਮਿਨਿਸਟਰ ਨੇ ਦੇ ਰਿਹਾ ਇਹ ਉਹਨਾਂ ਦੇ ਵਿਚਕਾਰ ਦਾ ਮਸਲਾ ਅਸੀਂ ਉਹਨਾਂ ਨੂੰ ਜਾ ਕੇ ਪੁੱਛ ਨਹੀਂ ਸਕਦੇ ਜਦ ਕਿ ਮਿਲੇ ਅਸੀਂ ਫਾਈਨਾਂਸ ਮਿਨਿਸਟਰ ਨੂੰ ਵੀ ਲਿਆ ਚੀਫ ਮਿਨਿਸਟਰ ਤੱਕ ਵੀ ਪਹੁੰਚ ਕੀਤੀ ਹੈ ਟੋਟੈਲਿਟੀ ਦੇ ਵਿੱਚ ਅਸੀਂ ਚਾਹੁੰਦੇ ਕਿ ਇਕੱਲਾ ਪੇ ਸਕੇਲ ਦਾ ਮੁੱਦਾ ਨਹੀਂ ਹੈ ਬਿਲਕੁਲ ਤੁਹਾਡੇ ਪੂਰੇ ਹਾਇਰ ਐਜੂਕੇਸ਼ਨ ਦਾ ਮੁੱਦਾ ਹੈ ਬਿਲਕੁਲ ਔਰ ਉਹਦੇ ਵਿੱਚ ਜਿਹੜੀਆਂ ਯੂਨੀਵਰਸਿਟੀ ਬਾਡੀਜ਼ ਨੇ ਮੈਂ ਇਹ ਕਹਾਂ ਸਾਰੀ ਯੂਨੀਵਰਸਿਟੀਜ਼ ਤਿੰਨੇ ਵਾਈਸ ਚਾਂਸਲਰ ਦਾ ਮੈਂ ਕਦਰ ਕਰਦਾ ਉਸ ਪੋਜੀਸ਼ਨ ਤੱਕ ਪਹੁੰਚੇ ਨੇ ਮੇਰੇ ਨਾਲ ਬੈਠ ਕੇ ਮੈਨੂੰ ਦੱਸ ਦਿੰਦੇ ਉਹ ਠੀਕ ਕੀ ਕਰ ਰਹੇ ਨੇ ਸਿਰਫ ਇੱਕ ਕੰਮ ਕਰ ਰਹੇ ਨੇ ਜੋ ਸਰਕਾਰ ਉਹਨੂੰ ਕਹਿ ਰਹੀ ਹੈ ਉਹ ਕਰ ਰਹੇ ਨੇ ਜੋ ਉਹਨਾਂ ਦਾ ਫਰਜ਼ ਹੈ ਉਹ ਨਹੀਂ ਨਿਭਾ ਰਹੇ ਉਹਦੀ ਸਜ਼ਾ ਵੀ ਬੱਚਿਆਂ ਨੂੰ ਮਿਲ ਰਹੀ ਹੈ ਹਾਂ ਉਦੋਂ ਇੱਕ ਫੋਰਮ ਜ਼ਰੂਰ ਬਣਦੇ ਨੇ ਜਿੱਥੇ ਇਸ਼ੂ ਬਣਨਗੇ ਕਿਉਂਕਿ ਮੈਂ ਹੁਣ ਪੰਜਾਬ ਸਟੇਟ ਸੈਨੇਟ ਦੇ ਵਿੱਚ ਹੋਵਾਂਗਾ ਮੈਂ ਇਸ਼ੂ ਇਹ ਰੇਜ਼ ਕਰਾਂਗਾ ਕਿ ਅਸੀਂ ਮੇਨਟੇਨ ਸਟੈਂਡਰਡ ਆਫ ਹਾਇਰ ਐਜੂਕੇਸ਼ਨ ਦਾ ਜੋ ਇੱਕ ਟੀਚਾ ਲੈ ਕੇ ਚੱਲੇ ਸ਼ੁਰੂ ਤੋਂ ਅਸੀਂ ਆਪਣੇ ਖਿੱਤੇ ਵਿੱਚ ਕੀਤਾ ਪੰਜਾਬ 'ਚ ਕੀ ਕੀਤਾ ਚੰਡੀਗੜ੍ਹ 'ਚ ਕੀ ਕੀਤਾ ਸਾਨੂੰ ਕੀ ਕਰਨਾ ਚਾਹੀਦਾ ਉੱਥੇ ਡਿਬੇਟ ਦਾ ਮੁੱਦੇ ਬਣਨਗੇ ਪਰ ਸਰਕਾਰ ਦਾ ਇੱਕ ਆਪਣਾ ਰੋਲ ਹੁੰਦਾ ਬਿਲਕੁਲ ਸਰਕਾਰ ਨੂੰ ਇਸ ਤਰੀਕੇ ਦਾ ਰੋਲ ਨਹੀਂ ਪਲੇ ਕਰਨਾ ਚਾਹੀਦਾ ਕਿ ਵੀ ਆਪਣੇ ਆਉਣ ਵਾਲੇ ਬੱਚਿਆਂ ਦੇ ਨਾਲ ਧੱਕਾ ਕਰੇ ਮੈਂ ਬਾਰ-ਬਾਰ ਇਹ ਗੱਲ ਰਿਪੀਟ ਕਰ ਰਿਹਾ ਮੈਂ ਕਿਉਂਕਿ ਅੰਦਰੋਂ ਮਹਿਸੂਸ ਕਰ ਰਿਹਾ ਕਿ ਪੰਜਾਬ ਦੀਆਂ ਸਰਕਾਰਾਂ ਪੰਜਾਬ ਦੀ ਨੌਜਵਾਨੀ ਨਾਲ ਜ਼ਿਆਦਤੀ ਕਰ ਰਹੀ ਬਿਲਕੁਲ ਮੈਮ ਤੁਸੀਂ ਵੀ 3 ਦਹਾਕਿਆਂ ਤੋਂ ਟੀਚਰਸ ਦੀ ਮੂਵਮੈਂਟ ਨਾਲ ਜੁੜੇ ਹੋਏ ਹੋ ਤੁਹਾਨੂੰ ਕੀ ਲੱਗਦਾ ਹੈ ਬਾਡੀਜ਼ ਦਾ ਕਿੰਨਾ ਇੰਪੋਰਟੈਂਟ ਰੋਲ ਹੁੰਦਾ ਬਿਲਕੁਲ ਇੰਪੋਰਟੈਂਟ ਰੋਲ ਹੈ ਜੀ ਕਿਉਂਕਿ ਅਸੀਂ ਆ ਜਿਹੜੇ ਡਾਇਰੈਕਟਲੀ ਅਸੀਂ ਹਾਇਰ ਐਜੂਕੇਸ਼ਨ ਨਾਲ ਜੁੜੇ ਹੋਏ ਹਾਂ ਜਿਵੇਂ ਸਰ ਨੇ ਵੀ ਕਿਹਾ ਉਹ ਜਿਹੜੇ ਮੁਲਾਜ਼ਮ ਜਿਹੜੇ ਐਡਮਿਨਿਸਟ੍ਰੇਟਿਵ ਸਟਾਫ ਹੈ ਜਿਹੜੇ ਸਾਡੀਆਂ ਪਾਲਿਸੀਜ਼ ਨੂੰ ਚੇਂਜ ਕਰੀ ਜਾਂਦੇ ਆ ਹਿਲਾਈ ਜੁਲਾਈ ਜਾਂਦੇ ਆ ਬੇਬੁਨਿਆਦ ਉਹਨਾਂ ਕਿਸੇ ਵੀ ਪਾਲਿਸੀ ਮੋਡੀਫਿਕੇਸ਼ਨ 'ਚ ਸਾਡੀ ਆਰਗੇਨਾਈਜੇਸ਼ਨਸ ਦੀ ਜਾਂ ਕਮ ਸੇ ਕਮ ਹਾਇਰ ਐਜੂਕੇਸ਼ਨ ਦੇ ਟੀਚਰਸ ਦੀ ਭਾਗੀਦਾਰੀ ਬਹੁਤ ਜ਼ਰੂਰੀ ਬਣਦੀ ਹੈ ਬਿਲਕੁਲ ਉਹਨਾਂ ਨੂੰ ਜਦੋਂ ਵੀ ਕੋਈ ਚੇਂਜਸ ਦੀ ਜ਼ਰੂਰਤ ਹੋਵੇ ਜਾਂ ਸਰਕਾਰ ਮਹਿਸੂਸ ਕਰੇ ਕਿ ਦੇ ਵਾਂਟ ਟੂ ਬ੍ਰਿੰਗ ਅਬਾਊਟ ਸਮ ਚੇਂਜ ਤੇ ਉਹਨਾਂ ਨੂੰ ਸਾਨੂੰ ਵਿੱਚ ਉਹਦੇ 'ਚ ਜ਼ਰੂਰ ਇਨਕਲੂਡ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਰੋਲ ਜਿਹੜਾ ਹੈ ਦਿਸ ਇਜ਼ ਐਜ਼ ਇੰਪੋਰਟੈਂਟ ਜਿੰਨਾ ਕਿ ਪਾਲਿਸੀਜ਼ ਇੰਪਲੀਮੈਂਟ ਕਰਨ ਵਾਲਿਆਂ ਦਾ ਹੈ ਫਿਰ ਜਿੱਥੇ ਇਸੇ ਕਰਕੇ ਸਾਨੂੰ ਜਿੱਥੇ ਪ੍ਰੋਟੈਸਟ ਕਰਨ ਦੀ ਲੋੜ ਪੈਂਦੀ ਹੈ ਅਸੀਂ ਬੜੇ ਭਾਰੀ ਮਨ ਨਾਲ ਪਰ ਫਿਰ ਸਾਨੂੰ ਕਰਨਾ ਪੈਂਦਾ ਪ੍ਰੋਟੈਸਟ ਜਿਵੇਂ ਸਰ ਨੇ ਵੀ ਦੱਸਿਆ ਸਾਨੂੰ ਓਨਾ ਹੀ ਖਿਆਲ ਬੱਚਿਆਂ ਦੀ ਵੀ ਪੜ੍ਹਾਈ ਦਾ ਰਹਿੰਦਾ ਓਨਾ ਹੀ ਸਾਨੂੰ ਸਾਡਾ ਜਿਹੜਾ ਮੋਰਲ ਡਿਊਟੀ ਬਣਦੀ ਹੈ ਉਹਦੇ ਵੀ ਅਸੀਂ ਗਿਲਟੀ ਫੀਲ ਕਰਦੇ ਹਾਂ ਪਰ ਇਹ ਸਾਡੀ ਮਜਬੂਰੀ ਬਣ ਜਾਂਦੀ ਹੈ ਇਸ ਦੇ ਬਿਨਾਂ ਸਰਕਾਰ ਦੀ ਅਸੀਂ ਜਿਹੜੀ ਅਟੈਂਸ਼ਨ ਅਸੀਂ ਅਟਰੈਕਟ ਨਹੀਂ ਕਰ ਪਾ ਰਹੇ ਅੱਜ ਦੇ ਦਿਨ 'ਚ ਬਿਲਕੁਲ ਸਹੀ ਗੱਲ ਹੈ ਚਾਹੇ ਕੋਈ ਵੀ ਮੁਲਾਜ਼ਮ ਹੋਵੇ ਖਾਸ ਕਰਕੇ ਟੀਚਰ ਉਹ ਪੜ੍ਹਾਉਣ ਆਇਆ ਬੱਚਿਆਂ ਨੂੰ ਇੱਕ ਸੇਵਾ ਕਰਨ ਆਇਆ ਆਪਣੀ ਰਿਸਰਚ ਕਰਨ ਆਇਆ ਲੇਕਿਨ ਜਿਵੇਂ ਕਿ ਸਾਡੇ ਦੋਵਾਂ ਗੈਸਟ ਨੇ ਦੱਸਿਆ ਇੱਕ ਮਜਬੂਰੀ ਬਣ ਜਾਂਦੀ ਹੈ ਸੰਘਰਸ਼ ਕਰਨਾ ਸੋ ਡਾਕਟਰ ਮਧੂ ਤੇ ਡਾਕਟਰ ਜਗਵੰਤ ਦਾ ਇੱਕ ਵਾਰ ਮੈਂ ਫਿਰ ਧੰਨਵਾਦੀ ਹਾਂ ਤੁਸੀਂ ਅੱਜ ਆਏ ਸਾਡੇ ਨਾਲ ਗੱਲਬਾਤ ਕੀਤੀ ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਸੋ ਪੰਜਾਬ ਦੀ ਹਾਇਰ ਐਜੂਕੇਸ਼ਨ ਅਸੀਂ ਇਸ ਸ਼ੋਅ ਦੇ ਮਕਸਦ ਨਾਲ ਇਹ ਕੋਸ਼ਿਸ਼ ਕੀਤੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕਿ ਹਾਂ ਮੁੱਦੇ ਬਹੁਤ ਨੇ ਤੁਸੀਂ ਹਮੇਸ਼ਾ ਤੋਂ ਮੁੱਦਿਆਂ ਨੂੰ ਦੇਖਦੇ ਆਏ ਹੋ ਲੇਕਿਨ ਇਹਨਾਂ ਮੁੱਦਿਆਂ ਦਾ ਸੋਲੂਸ਼ਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਹੈ
ਛੋਟੀ ਛੋਟੀ ਗੱਲਾਂ ਤੁਸੀਂ UGC ਜਿਹੜੀ ਕਿ ਬਣੀ ਹੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜੋ ਯੂਨੀਵਰਸਿਟੀਜ਼ ਲਈ ਹੀ ਡਾਇਰੈਕਸ਼ਨਸ ਜਾਰੀ ਕਰਦੀ ਹੈ, ਇੱਕ ਪਾਲਿਸੀ ਬਣਾਉਂਦੀ ਹੈ, ਦਿਨ ਬ ਦਿਨ ਨਵੀਂ ਪਾਲਿਸੀਜ਼ ਅਪਡੇਟ ਕਰਦੀ ਹੈ, ਸਿਰਫ ਜੇ ਉਹਨੂੰ ਹੀ ਫੋਲੋ ਕਰ ਲਓ ਤੇ ਉਹਦੇ ਲਈ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ। ਸਾਡੀ ਪੋਲੀਟੀਕਲ ਪਾਰਟੀਆਂ ਨੂੰ ਵਿਲ ਪਾਵਰ ਦੀ ਜ਼ਰੂਰਤ ਹੈ। ਸਾਡੇ ਗੈਸਟ ਨੇ ਦੱਸਿਆ ਕਿ ਇਹ ਕਿਸੇ ਇੱਕ ਪਾਰਟੀ ਜੋ ਪੰਜਾਬ ਵਿੱਚ ਆਉਂਦੀ ਹੈ ਉਹਦੀ ਗੱਲ ਨਹੀਂ ਹੈ। ਪਿਛਲੇ 20-25 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਹਾਇਰ ਐਜੂਕੇਸ਼ਨ ਨੂੰ ਅਪਣਾਇਆ ਹੀ ਨਹੀਂ ਹੈ। ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਹੈ ਕਿ ਸਾਡਾ ਜਿਹੜਾ ਯੂਥ ਹੈ, ਜਿਹਦੀ ਕਹਿਣ ਨੂੰ ਤਾਂ ਇਹ ਬਹੁਤ ਫਿਕਰ ਕਰਦੇ ਨੇ ਕਿ ਸਾਰਾ ਬਾਹਰ ਜਾ ਰਿਹਾ, ਚਾਹੇ ਆ ਕਹਿਣ ਨਸ਼ਿਆਂ ਤੇ ਲੱਗ ਰਿਹਾ ਜਾਂ ਪੰਜਾਬ ਦਾ ਯੂਥ ਐਨਰੋਲਮੈਂਟ ਹਾਇਰ ਐਜੂਕੇਸ਼ਨ ਵਿੱਚ ਘਟੀ ਜਾ ਰਹੀ ਹੈ। ਤੁਸੀਂ ਇਹ ਸਾਰੀਆਂ ਚੀਜ਼ਾਂ ਸੁਣੀਆਂ ਜ਼ਰੂਰ ਨੇ, ਪਰ ਹੁਣ ਤੱਕ ਸਰਕਾਰਾਂ ਹਜੇ ਤੱਕ ਕੁਝ ਨਹੀਂ ਕਰ ਰਹੀਆਂ ਨੇ। ਜਿਵੇਂ ਕਿ ਦੱਸਿਆ, ਬਾਕੀ ਸਾਰੇ ਮੁਲਾਜ਼ਮਾਂ ਨੂੰ ਵੀ ਨਵਾਂ ਪੇ ਸਕੇਲ ਮਿਲ ਗਿਆ ਹੈ, ਲੇਕਿਨ ਸਾਡੇ ਟੀਚਰ ਜਿਹੜੇ ਉਹ ਹਰ ਮੁਲਾਜ਼ਮ ਨੂੰ ਪੜ੍ਹਾ ਕੇ ਉਸ ਮੁਕਾਮ ਤੱਕ ਪਹੁੰਚਾ ਰਹੇ ਨੇ, ਉਹਨਾਂ ਨੂੰ ਹਜੇ ਤੱਕ ਸੁਤੇਲਾ ਬਣਾ ਕੇ ਰੱਖਿਆ ਹੋਇਆ ਹੈ। ਸੋ ਅਸੀਂ ਇਹ ਉਮੀਦ ਕਰਾਂਗੇ ਕਿ ਮੁਲਾਜ਼ਮ ਲਹਿਰ ਸਾਡੇ ਨਵੇਂ ਸ਼ੋਅ ਜਿਹਦੇ ਨਾਲ ਅਸੀਂ ਇਹ ਯੂਨੀਅਨਸ ਜਿਹੜੀ ਬਾਡੀਜ਼ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੇ ਥਰੂ ਜਿਹੜੀ ਫੀਲਡਸ ਵਿੱਚ ਜੋ ਵੀ ਮੁਸ਼ਕਿਲਾਤ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ। ਸਿਰਫ ਮੁਸ਼ਕਿਲਾਂ ਨਹੀਂ ਲੇਕਿਨ ਸੋਲਿਊਸ਼ਨਸ ਤੁਹਾਨੂੰ ਅਸੀਂ ਦੱਸੇ ਨੇ ਕੀ ਉਹਨਾਂ ਦੇ ਹੋ ਸਕਦੇ ਨੇ। ਉਮੀਦ ਕਰ ਰਹੇ ਹਾਂ ਕਿ ਹਾਕਮਾਂ ਤੱਕ ਵੀ ਇਹ ਪਹੁੰਚਣਗੇ ਤੇ ਤੁਹਾਨੂੰ ਵੀ ਇਸੇ ਤਰ੍ਹਾਂ ਅਸੀਂ ਜੋੜੇ ਰੱਖਾਂਗੇ। ਹਰ ਸ਼ੋਅ ਵਿੱਚ ਇਸੇ ਤਰ੍ਹਾਂ ਅਸੀਂ ਨਵੇਂ ਮੁੱਦੇ ਲੈ ਕੇ ਆਵਾਂਗੇ, ਅਲੱਗ-ਅਲੱਗ ਮੁਲਾਜ਼ਮਾਂ ਦੀ ਲਹਿਰ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਮੈਂ ਯਾਨੀ ਕਿ ਇਸ਼ਰਤ ਸਿੰਘ ਤੇ ਪੰਜਾਬ ਟੁਡੇ ਤੁਹਾਡੇ ਬਹੁਤ ਧੰਨਵਾਦੀ ਹਾਂ।